ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਗੁਜਰੀ ਰਾਗ ਦੇ ਵਿੱਚ ਜਿਹੜੀ ਵਾਰ ਤੀਸਰੀ ਪਾਤਸ਼ਾਹੀ ਦੀ ਵਾਰ ਕਰ ਰਹੇ ਸੀਗੇ, ਉਹਦੀਆਂ 8 ਪੌੜੀਆਂ ਹੋ ਗਈਆਂ ਸੀਗੀਆਂ ਤੇ 9ਵੀਂ ਪੌੜੀ ਕਰਨੀ ਹੈ। ਮਹਾਰਾਜ ਮੇਹਰ ਕਰਨ ਜੀ। ਅੰਗ 511 511 ਸ਼ਲੋਕ ਮਹਲਾ ਤੀਜਾ। ਜੇ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੇ ਸਭ ਕੋਇ। ਜੇ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੈ ਸਭ ਕੋਇ। ਸਭਨਾ ਉਪਾਵਾਂ ਸਿਰ ਉਪਾਵ ਹੈ, ਹਰ ਨਾਮ ਪ੍ਰਾਪਤ ਹੋਏ। ਜੇ ਸਤਿਗੁਰ ਸੇਵੇ ਆਪਣਾ ਤਿਸਨੂੰ ਪੂਜੇ ਸਭ ਕੋਇ। ਇਹ ਤੀਸਰੀ ਪਾਤਸ਼ਾਹੀ ਆਪਾਂ ਨੂੰ ਗਿਆਨ ਦੇ ਰਹੇ ਭਾਈ ਕਿ ਬਈ ਸਤਿਗੁਰੂ ਨੂੰ ਜਿਹੜਾ ਵੀ ਇਨਸਾਨ ਸਤਿਗੁਰੂ ਦੀ ਪੂਜਾ ਕਰਦਾ ਹੈ, ਸਤਿਗੁਰੂ ਦੀ ਸੇਵਾ ਕਰਦਾ ਹੈ, ਉਹਨੂੰ ਸਾਰੀ ਦੁਨੀਆ ਪੂਜਦੀ ਹੈ, ਉਹਦੀ ਸੋਭਾ ਹੁੰਦੀ ਹੈ। ਜੇ ਸਤਿਗੁਰ ਸੇਵੇ ਆਪਣਾ, ਹੁਣ ਸਤਿਗੁਰੂ ਨੂੰ ਸੇਵਨਾ ਕੀ ਹੈ, ਸਤਿਗੁਰੂ ਦੀ ਸੇਵਾ ਕੀ ਹੈਗੀ। ਸਤਿਗੁਰੂ ਜਿਹੜੇ ਹੈਗੇ, ਹੁਣ ਇਹ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੇ ਜਿਹੜਾ ਹੈਗਾ ਸਤਿਗੁਰੂ ਦਾ ਦਰਜਾ ਦਿੱਤਾ ਹੈ। ਹੁਣ ਇਹਨਾਂ ਦੀ ਸੇਵਾ ਕੀ ਹੋ ਸਕਦੀ ਹੈ। ਸਤਿਗੁਰੂ ਦੀ ਸੇਵਾ ਜਿਹੜੀ ਹੈਗੀ, ਕੋਈ ਹੁਣ ਮੰਨ ਲਓ ਜੇ ਕੋਈ ਜਿਹੜਾ ਹੈਗਾ ਆਪਣੇ ਬ੍ਰਹਮ ਗਿਆਨੀ ਜਿਹੜੇ ਹੈਗੇ ਸਰੀਰ ਦੇ ਵਿੱਚ ਹੈਗੇ, ਚਲੋ ਉਹਨਾਂ ਦੀ ਸਰੀਰ ਦੇ ਨਾਲ ਜਿਹੜੀ ਹੈਗੀ ਸਰੀਰ ਦੀ ਆਪਾਂ ਜਿਹੜੀ ਹੈਗੀ ਸੇਵਾ ਕਰ ਸਕਦੇ ਹਾਂ ਭਾਈ। ਹੱਥ ਪੈਰ ਘੁੱਟ ਸਕਦੇ ਹਾਂ, ਪੱਖਾ ਚੱਲ ਸਕਦੇ ਹਾਂ, ਹੋਰ ਜੋ ਵੀ ਕੁਛ ਉਹਨਾਂ ਦੇ ਵਾਸਤੇ ਬਣਾ ਸਕਦੇ ਹਾਂ। ਪਰ ਹੁਣ ਇਹ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ, ਇਹਨਾਂ ਦੀ ਸੇਵਾ ਕੀ ਹੈਗੀ। ਇਹਨਾਂ ਦੀ ਸੇਵਾ ਜਿਹੜੀ ਹੈਗੀ ਆ, ਔਰ ਸਤਿਗੁਰੂ ਜਿਹੜੇ ਹੈਗੇ, ਸਤਿਗੁਰੂ ਦੀ ਸੇਵਾ ਹੈ ਹੀ ਜਿਹੜੀ ਜੋ ਸਤਿਗੁਰੂ ਕਹਿ ਰਹੇ ਆ ਉਸ ਨੂੰ ਅਪਣਾਉਣਾ, ਇਹ ਹੈਗੀ ਸਤਿਗੁਰੂ ਦੀ ਸੇਵਾ। ਜੋ ਵੀ ਇਹ ਗਿਆਨ ਕਹਿ ਰਿਹਾ ਹੈ, ਕਿਉਂਕਿ ਜਿਹੜੇ ਜੇ ਕੋਈ ਫਿਜ਼ੀਕਲ ਹੈ ਬ੍ਰਹਮ ਗਿਆਨੀ ਗੁਰੂ ਸਤਿਗੁਰੂ, ਤਾਂ ਵੀ ਜਿਹੜੇ ਹੈਗੇ ਉਹਨਾਂ ਦੀ ਸੇਵਾ ਜਿਹੜੀ ਹੈਗੀ, ਜੇ ਆਪਾਂ ਉਹਨਾਂ ਦੀ ਗੱਲ ਮੰਨਾਂਗੇ ਤੇ ਉਹੀ ਉਹਨਾਂ ਦੀ ਸੇਵਾ ਹੈ ਭਾਈ। ਮੇਨ ਮਕਸਦ ਜਿਹੜਾ ਹੈਗਾ ਉਹ ਜਿਹੜਾ ਹੈਗਾ ਗਿਆਨ ਨੂੰ ਅਪਣਾਉਣਾ ਹੈਗਾ, ਗਿਆਨ ਨੂੰ ਆਪਣੇ ਉੱਤੇ ਘਟਾਉਣਾ ਹੈਗਾ, ਗਿਆਨ ਦੇ ਅਨੁਸਾਰ ਆਪਣੇ ਆਪ ਨੂੰ ਬਿਲਟ ਕਰਨਾ ਹੈਗਾ, ਰੀਬਿਲਟ ਕਰਨਾ ਹੈਗਾ। ਇਹ ਸੇਵਾ ਹੈਗੀ ਆ, ਇਹ ਸਤਿਗੁਰੂ ਦੀ ਸੇਵਾ ਹੈਗੀ ਆ। ਜੇ ਆਪਾਂ ਇਹ ਸੇਵਾ ਕਰ ਰਹੇ ਹਾਂ ਤਾਂ ਭਾਈ ਤਾਂ ਠੀਕ ਹੈ, ਨਹੀਂ ਕਰ ਰਹੇ ਤੇ ਭਾਈ ਆਪਾਂ ਸ਼ਿਫਟ ਹੋਈਏ, ਕਰੀਏ ਸੇਵਾ। ਅੱਜ ਜੋ ਆਪਾਂ ਵਿਚਾਰ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਬਾਣੀ ਦੇ ਅਰਥ ਕਰ ਰਹੇ ਹਾਂ, ਬਾਣੀ ਨੂੰ ਜਿਹੜਾ ਹੈਗਾ ਪਾਠ ਕਰ ਰਹੇ, ਇਹ ਜਿਹੜੀ ਹੈਗੀ ਆ ਉਹ ਸੇਵਾ ਆਪਾਂ ਲੱਭ ਰਹੇ ਹਾਂ ਭਾਈ। ਸੇਵਾ ਕਿਵੇਂ ਕਰਨੀ ਹੈ, ਕੀ ਉਹ ਸੇਵਾ ਜਿਹੜੀ ਹੈ, ਕਿਹੜੇ ਜਿਹੜੇ ਹੈਗੇ ਜੋ ਵੀ ਸਤਿਗੁਰੂ ਦੀ ਮੱਤ ਹੈਗੀ, ਕੀ ਕਹਿ ਰਿਹਾ ਸਾਡਾ ਗੁਰੂ, ਉਸ ਨੂੰ ਆਪਾਂ ਨੇ ਅਪਣਾਉਣਾ ਹੈਗਾ, ਉਹ ਸੇਵਾ ਹੋਏਗੀ। ਜੇ ਸਤਿਗੁਰ ਸੇਵੇ ਆਪਣਾ ਤਿਸਨੂੰ ਪੂਜੈ ਸਭ ਕੋਇ। ਔਰ ਇਹਦੇ ਵਿੱਚ ਜਿਹੜਾ ਹੈਗਾ ਇੱਕ ਜਗ੍ਹਾ 'ਤੇ ਇਹੀ ਪਾਤਸ਼ਾਹੀ ਜਿਹੜੀ ਹੈਗੀ ਆਪਾਂ ਨੂੰ, ਉਹ ਜੋ ਸਤਿਗੁਰ ਸੇਵੇ ਆਪਣਾ ਭਾਈ ਤਿਨਕੇ ਹੋਂ ਲਾਗੋਂ ਪਾਏ। ਇਹੀ ਪਾਤਸ਼ਾਹੀ ਕਹਿ ਰਹੀ ਹੈ, ਜੋ ਸਤਿਗੁਰ ਸੇਵੇ ਆਪਣਾ ਭਾਈ ਤਿਨਕੇ ਹੋਂ ਲਾਗੋਂ ਪਾਏ। ਔਰ ਇੱਥੇ ਕਹਿ ਰਹੇ ਮਹਾਰਾਜ, ਜੇ ਸਤਿਗੁਰ ਸੇਵਾ ਆਪਣਾ ਤਿਸਨੂੰ ਪੂਜੇ ਸਭ ਕੋਇ। ਉੱਥੇ ਜੋ ਸਤਿਗੁਰ ਸੇਵੇ ਆਪਣਾ ਤਿਨਕੇ ਹੋਂ ਲਾਗੋਂ ਪਾਏ। ਜੇ ਦਾ ਜੋ ਕਰਤਾ, ਇੱਥੇ ਜੇ ਤੇ ਉੱਥੇ ਜੋ, ਜਿਹੜਾ ਤੇ ਇੱਥੇ ਜੇ ਕੋਈ ਇਸ ਤਰ੍ਹਾਂ ਆਹ ਕਾਰਵਾਈ ਕਰੇਗਾ, ਗੁਰੂ ਦੀ ਮੱਤ ਨੂੰ ਅਪਣਾਏਗਾ ਆਪਣੇ ਉੱਤੇ, ਉਸ ਨੂੰ ਉਹਦੀ ਪੂਜਾ ਹੋਏਗੀ ਭਾਈ, ਦੁਨੀਆ ਉਹਦੀ ਪੂਜਾ ਕਰੇਗੀ। ਇਹ ਸਾਰੇ ਬ੍ਰਹਮ ਗਿਆਨੀ ਜਿਹੜੇ ਹੈਗੇ, ਇਹ ਪਾਰਸ ਨੂੰ ਪਰਸਨਾ ਆਹੀ ਹੈਗਾ।
ਇਸੇ ਦੇ ਨਾਲ ਪਾਰਸ ਪਰਸਿਆ ਆਪਾਂ ਨੇ। ਪਾਰਸ ਸਤਿਗੁਰੂ ਹੈ, ਉਹਨੂੰ ਆਪਾਂ ਨੇ ਪਰਸਿਆ, ਤੇ ਕੀ ਹੋਏਗਾ? ਪਾਰਸ ਨੂੰ ਪਰਸਣਾ ਆਪਾਂ ਵੀ ਪਾਰਸ ਹੋ ਜਾਵਾਂਗੇ। ਜੇ ਸਤਿਗੁਰ ਸੇਵੇ ਆਪਣਾ, ਤਿਸ ਨੂੰ ਪੂਜੇ ਸਭ ਕੋਏ। ਇਹ ਬਹੁਤ ਹੀ ਜਿਹੜਾ ਹੈਗਾ ਨਾ, ਇੱਕ ਇਹ ਮਤਲਬ ਸਟਾਰਟਿੰਗ ਪੁਆਇੰਟ ਆਹੀ ਹੈਗਾ। ਇਹ ਧਰਮ ਦੇ ਰਸਤੇ 'ਤੇ ਜਿਹੜਾ ਹੈਗਾ, ਆਹੀ ਧਰਮ ਦੇ ਰਸਤੇ 'ਤੇ ਸ਼ੁਰੂਆਤ ਹੈ। ਜੇ ਸਤਿਗੁਰ ਸੇਵੇ ਆਪਣਾ, ਤਿਸ ਨੂੰ ਪੂਜੇ ਸਭ ਕੋਏ। ਸਭਨਾ ਉਪਾਵਾਂ ਸੇ ਰੁਪਾਵ ਹੈ, ਹਰ ਨਾਮ ਪ੍ਰਾਪਤ ਹੋਏ। ਔਰ ਕਾਹਦੇ ਵਾਸਤੇ ਇਹ ਗੁਣ, ਕਾਹਦੇ ਵਾਸਤੇ ਲੈਣੇ ਆ? ਕੀ ਪਰਪਸ ਹੈਗਾ ਇਹਦਾ? ਕੀ ਫੰਕਸ਼ਨ ਹੈਗਾ ਇਹਦਾ? ਕਹਿੰਦੇ ਭਾਈ ਨਾਮ ਦੀ ਪ੍ਰਾਪਤੀ ਕਰਨੀ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਇਹਦੇ ਵਾਸਤੇ ਜਿਹੜਾ ਹੈਗਾ, ਇਹ ਸਾਰੇ ਉਪਾਵਾਂ ਦਾ ਉਪਾਅ ਹੈਗਾ। ਸਾਰਾ ਕੁਛ ਆ ਗਿਆ ਇਹਦੇ ਵਿੱਚ। ਸਭਨਾ ਉਪਾਵਾਂ ਸਿਰ ਉਪਾਅ ਹੈ, ਹਰ ਨਾਮ ਪ੍ਰਾਪਤ ਹੋਏ। ਅੰਤਰ ਸੀਤਲ ਸ਼ਾਂਤ ਵਸੈ, ਜਪ ਹਿਰਦੈ ਸਦਾ ਸੁਖ ਹੋਏ। ਕਹਿੰਦੇ ਇਹਦੇ ਨਾਲ ਅੰਦਰ ਠੰਡ ਵਰਤਣੀ ਆ ਪਿਆਰਿਆ, ਸ਼ਾਂਤੀ ਆ ਜਾਣੀ ਹੈ। ਇਹਦੇ ਨਾਲ ਵਿਚਾਰ ਬੰਦ ਹੋ ਜਾਣੇ ਆ, ਔਰ ਅੰਦਰ ਠੰਡਾ ਹੋ ਜਾਣਾ ਹੈ, ਖੁਸ਼ੀ ਆ ਜਾਣੀ ਹੈ, ਖੇੜਾ ਆ ਜਾਣਾ ਹੈ, ਔਰ ਹਮੇਸ਼ਾ ਵਾਸਤੇ ਸੁਖੀ ਹੋ ਜਾਏਗਾ। ਜਪ ਹਿਰਦੈ ਸਦਾ ਸੁਖ ਹੋਏ। ਜਪ ਕੀ ਹੈਗਾ? ਜਪ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਨੂੰ ਯਾਦ ਕਰਨਾ। ਅੰਤਰ ਸੀਤਲ ਸ਼ਾਂਤ ਹੋਏ, ਜਪ ਹਿਰਦੈ ਸਦਾ ਸੁਖ ਹੋਏ। ਕਿਉਂਕਿ ਉਹ ਮਾਲਕ ਪਰਮਾਤਮਾ ਆਪਣੇ ਅੰਗ ਸੰਗ ਹੈਗਾ, ਉਹਨੂੰ ਆਪਾਂ ਜਿਹੜੇ ਹੈਗੇ ਭੁੱਲ ਗਏ ਆ। ਬਈ ਮਾਲਕ ਮੇਰੇ ਅੰਗ ਸੰਗ ਹੈਗਾ, ਇਸ ਨੂੰ ਆਪਾਂ ਭੁੱਲ ਗਏ ਹਾਂ। ਔਰ ਹਮੇਸ਼ਾ ਦੇਖ ਲਓ 24 ਇੱਕ ਘੰਟੇ ਦਾ ਸਕੈਡਿਊਲ ਦੇਖ ਲਓ, ਉਹਦੇ ਵਿੱਚ ਜਿਹੜਾ ਕਿੰਨਾ ਕੁ ਆਪਾਂ ਮਾਲਕ ਨੂੰ ਯਾਦ ਕਰਦੇ ਹਾਂ। ਅੰਤਰ ਸੀਤਲ ਸ਼ਾਂਤ ਵਸੈ, ਜਪ ਹਿਰਦੈ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ, ਨਾਨਕ ਨਾਮ ਵਡਾਈ ਹੋਏ। ਜਿਸ ਨੂੰ ਪ੍ਰਾਪਤ ਹੋ ਗਿਆ ਨਾਮ, ਉਹ ਅੰਮ੍ਰਿਤ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ। ਫਿਰ ਤਾਂ ਅੰਮ੍ਰਿਤ ਹੀ ਪੀਂਦਾ ਹੈ, ਅੰਮ੍ਰਿਤ ਹੀ ਖਾਂਦਾ ਹੈ, ਅੰਮ੍ਰਿਤ ਹੀ ਪਹਿਨਦਾ ਹੈ, ਅੰਮ੍ਰਿਤ ਦੇ ਵਿੱਚ ਹੀ ਨਹਾਉਂਦਾ ਹੈਗਾ। ਵੀਰ ਜੀ ਅੰਮ੍ਰਿਤ ਖਾਣਾ ਔਰ ਪਹਿਨਣਾ ਇਹੀ ਸੇਵਾ, ਇਹ ਪ੍ਰਾਪਤ ਕਰਨਾ ਹੈ। ਇਹ ਆਪਾਂ ਨੂੰ ਪ੍ਰਾਪਤ ਕਰਨਾ ਹੈ। ਇਸ ਦੇ ਵਾਸਤੇ ਜਿਹੜਾ ਹੈਗਾ ਆਪਾਂ ਨੇ ਸੇਵਾ ਕਰਨੀ ਹੈ। ਵੀਰ ਜੀ ਕਲੀਅਰ ਕਰੋ ਸੇਵਾ। ਹਾਂਜੀ, ਸੇਵਾ ਕੀ ਕਰਨੀ ਹੈ, ਆਪਾਂ ਕਿੱਦਾਂ ਕਰਨੀ ਹੈ? ਸੇਵਾ ਜਿਹੜੀ ਹੈਗੀ, ਦੇਖੋ ਜੋ ਇਹ ਗਿਆਨ ਕਹਿ ਰਿਹਾ ਆ, ਇਹਨੂੰ ਅਪਣਾਉਣਾ ਹੈਗਾ, ਇਹਨੂੰ ਅਪਣਾਉਣਾ ਹੈਗਾ, ਉਹ ਸੇਵਾ ਹੈਗੀ। ਜੋ ਗੁਰੂ ਕਹਿ ਰਿਹਾ ਆ, ਉਹ ਕੰਮ ਕਰਨਾ ਹੈ। ਹੁਣ ਦੇਖੋ ਸਭਨਾ ਉਪਾਵਾਂ ਸਿਰ ਉਪਾਅ ਹੈ, ਹਰ ਨਾਮ ਪ੍ਰਾਪਤ ਹੋਏ। ਨਾਮ ਦੀ ਪ੍ਰਾਪਤੀ ਵਾਸਤੇ ਲੱਗਣਾ ਹੈ ਭਾਈ। ਗੁਰੂ ਕਹਿ ਰਿਹਾ ਬਾਕੀ ਸਾਰੇ ਉਪਾਅ ਕੋ, ਸਾਰਾ ਕੁਝ ਜੋ ਕੁਛ ਵੀ ਕਰ ਰਿਹਾ, ਜੋ ਕੁਛ ਵੀ ਤੂੰ ਧਰਮ ਦੇ ਨਾਮ ਤੇ ਕਰ ਰਿਹਾ ਹੈ, ਕਿ ਉਹ ਨਾਮ ਦੀ ਪ੍ਰਾਪਤੀ ਹੋ ਰਹੀ ਹੈ, ਤੈਨੂੰ ਨਾਮ ਦੇ ਨੇੜੇ ਹੋ ਰਿਹਾ ਹੈ ਤੂੰ। ਆ ਹੈਗਾ ਅੰਮ੍ਰਿਤ ਜੀ, ਮ੍ਰਿਤ ਦਾ ਅੱਗੇ ਆ ਲਗਾ ਦੋ ਨਾ, ਅਮ੍ਰਿਤ, ਜਾਂ ਮਰ ਦੇ ਅੱਗੇ ਅਮਰ। ਦੇਖੋ ਤੁਸੀਂ ਮਰਨ ਤੋਂ ਰਹਿਤ ਹੋ ਜਾਏਗਾ, ਦੁੱਖ ਜਨਮ ਮਰਨ ਦੇ ਚੱਕਰਾਂ ਚੋਂ ਨਿਕਲ ਜਾਏਗਾ। ਬਿਲਕੁਲ ਸਰੀਰ ਦੀ ਕੈਦ ਚੋਂ ਆਪਾਂ ਨਿਕਲ ਜਾਵਾਂਗੇ। ਸਰੀਰ ਦੀ ਕੈਦ ਚੋਂ ਨਿਕਸਰੇ ਪੰਖੀ ਸਿਮਰ ਹਰ ਪਾਂਖ। ਇਹ ਸਰੀਰ ਜਿਹੜਾ ਹੈਗਾ, ਇਹਦੀ ਕੈਦ ਦੇ ਵਿੱਚ ਆ ਆਪਾਂ ਜੁਗਾਂ ਤੋਂ ਇਹਦੀ ਕੈਦ ਦੇ ਵਿੱਚ ਹੈ, ਸਰੀਰ ਦੀ ਕੈਦ ਦੇ ਵਿੱਚ। ਤੇ ਔਰ ਅੰਦਰ ਜਿਹੜੀ ਹੈਗੀ ਠੰਡ ਵਰਤਣੀ ਚਾਹੀਦੀ ਆ, ਆਪਣੇ ਅੰਦਰ ਸੁਖੀ ਆਉਣਾ ਚਾਹੀਦਾ। ਜੇ ਆਪਾਂ ਇਹ ਉਪਾਅ ਕਰ ਰਹੇ ਹਾਂ, ਜੇ ਸਤਿਗੁਰੂ ਨੂੰ ਸੇਵ ਰਹੇ ਹਾਂ, ਤੇ ਆਹ ਕੰਡੀਸ਼ਨਾਂ ਹੈਗੀਆਂ ਭਾਈ, ਆਹ ਜਿਹੜੀ ਚੀਜ਼ ਹੋਣੀ ਚਾਹੀਦੀ ਆਪਣੇ ਅੰਦਰ। ਜੇ ਆਪਾਂ ਕਹਿ ਰਹੇ ਹਾਂ ਭਾਈ ਕਿ ਬਈ ਅਸੀਂ ਸਤਿਗੁਰੂ ਦੀ ਸੇਵਾ ਕਰ ਰਹੇ ਹਾਂ, ਤੇ ਫਿਰ ਆਪਣੇ ਅੰਦਰ ਸੀਤਲਤਾ ਆਉਣੀ ਚਾਹੀਦੀ ਹੈ, ਠੰਡ ਆਉਣੀ ਚਾਹੀਦੀ ਹੈ, ਸੁਖੀ ਹੋਣਾ ਚਾਹੀਦਾ ਆਪਾਂ ਨੂੰ। ਕਹਿਣ ਦਾ ਮਤਲਬ ਭਾਜੀ ਜ਼ਿੰਦਗੀ ਠਹਿਰਾਵ ਚ ਆ ਜਾਂਦੀ ਹੈ ਜਿਸ ਲਈ ਉਹ ਪ੍ਰਮਾਤਮਾ ਦਾ ਨਾਮ ਤੁਹਾਡੇ ਅੰਦਰ ਵਸ ਜਾਂਦਾ। ਹਾਂ, ਮਤਲਬ ਜੋ ਵੀ ਉਹਦੀ ਪਾਈ ਮਾਇਆ ਆ, ਉਹ ਤੋਂ ਤੁਸੀਂ ਬਿਲਕੁਲ ਇਹ ਲੱਗਦੇ ਆ ਕਿ ਕੁਛ ਨੀਚ ਰਸ, ਸਾਰੇ ਰਸ ਬੇਰਸੇ ਹੋ ਜਾਂਦੇ ਸਿਰਫ ਉਹਦੇ ਨਾਮ ਤੇ ਸਵਾ।
ਬਿਲਕੁਲ। ਔਰ ਸਤਿਗੁਰੂ ਜਿਹੜੇ ਹੈਗੇ ਇਹ ਕੀ ਹੈ, ਸਤਿਗੁਰੂ ਜਿਹੜੇ ਆਪਾਂ ਨੂੰ ਸਿਰਫ ਜਿਹੜੇ ਗੁਣ ਦੇ ਰਹੇ ਆ ਔਰ ਆਪਾਂ ਨੂੰ ਜਿਹੜਾ ਹੈਗਾ ਉਹ ਨਾਮ ਦੇ ਵੱਲ ਨੂੰ ਜਿਹੜਾ ਹੈਗਾ ਪ੍ਰੇਰਿਤ ਕਰ ਰਹੇ। ਭਾਈ ਤੂੰ ਜਿਹੜਾ ਹੈਗਾ ਲੰਬਾ ਰਸਤਾ ਕੱਟ ਰਿਹਾ ਆ, ਸ਼ਾਰਟਕਟ ਆ ਹੈਗਾ, ਸਟ੍ਰੇਟ ਫਾਰਵਰਡ ਕਰੋ ਡਿਸਟੈਂਸ ਆ ਹੈਗਾ, ਫਲਾਈ ਡਿਸਟੈਂਸ ਆ ਹੈਗਾ। ਜੇ ਸਤਿਗੁਰ ਸੇਵੇ ਆਪਣਾ ਤਿਸ ਨੂੰ ਪੂਜੇ ਸਭ ਕੋਏ, ਸਭਨਾ ਉਪਾਵਾਂ ਸਿਰ ਉਪਾਵ ਹੈ, ਹਰ ਨਾਮ ਪ੍ਰਾਪਤ ਹੋਏ, ਅੰਤਰ ਸੀਤਲ ਸ਼ਾਂਤ ਵਸੈ, ਜਪ ਹਿਰਦੈ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ, ਨਾਨਕ ਨਾਮ ਵਡਾਈ ਹੋਏ। ਆਹ ਚੀਜ਼ ਮਿਲ ਜਾਂਦੀ ਹੈ, ਨਾਮ ਵਡਾਈ। ਵੱਡਾ ਹੋ ਗਿਆ ਇਨਸਾਨ ਜਿਹੜਾ ਹੈਗਾ, ਪੰਚ ਪਰਵਾਨ ਪੰਚ ਪ੍ਰਧਾਨ ਉੱਪਰ ਉੱਠ ਗਿਆ ਭਾਈ। ਨਾਮ ਜਿਹੜਾ ਹੈਗਾ ਵਡਾਈ ਹੈਗੀ, ਨਾਮ ਵਡਾਈ ਹੈ, ਨਾਮ ਸਭ ਤੋਂ ਚੌਥੇ ਪਦ ਦੀ ਗੱਲ ਹੈਗੀ ਆ। ਮਹੱਲਾ ਤੀਜਾ ਦੇਖੋ ਹੁਣ ਅੱਗੇ ਫਿਰ ਸੇਮ ਪਾਤਸ਼ਾਹੀ ਔਰ ਸੇਮ ਗੱਲ। ਇਹ ਮਨ ਗੁਰ ਕੀ ਸਿੱਖ ਸੁਣ, ਹਰ ਭਾਵੇਂ ਗੁਣੀ ਨਿਧਾਨ। ਦੇਖ ਲਓ ਭਾਈ, ਫਿਰ ਕਹਿ ਰਹੇ ਆ ਭਾਈ ਤੂੰ ਸਤਿਗੁਰੂ ਦੀ ਸੇਵਾ, ਸਤਿਗੁਰੂ ਦੀ ਗੱਲ ਸੁਣ। ਕੀ ਕਹਿ ਰਿਹਾ, ਉਹਨੂੰ ਅਪਣਾ ਲਾ। ਇਹ ਮਨ ਗੁਰ ਕੀ ਸਿੱਖ ਸੁਣ। ਜੇ ਆਪਾਂ ਖਾਲੀ ਸੁਣ ਕੇ ਔਰ ਛੱਡ ਦਿੱਤੀ ਫਿਰ ਕੀ ਬਣਨਾ ਹੈ, ਕੁਝ ਵੀ ਨਹੀਂ। ਇਹ ਮਨ ਗੁਰ ਕੀ ਸਿੱਖ ਸੁਣ, ਹਰ ਭਾਵੇਂ ਗੁਣੀ ਨਿਧਾਨ। ਕਹਿੰਦੇ ਗੁਣਾਂ ਦਾ ਖਜ਼ਾਨਾ ਉਹ ਮਾਲਕ ਪਰਮਾਤਮਾ ਤੇਰੇ ਅੰਦਰ ਹੈਗਾ ਔਰ ਉਹਦੇ ਵੱਲ ਤੇਰਾ ਜਿਹੜਾ ਧਿਆਨ ਲੱਗ ਜਾਏਗਾ, ਉਹਦੇ ਨਾਲ ਤੇਰਾ ਧਿਆਨ ਲੱਗ ਜਾਏਗਾ। ਧਿਆਨ ਕੀ ਹੈਗਾ? ਧਿਆਨ ਹੈਗਾ ਬਸ ਉਹ ਮਾਲਕ ਪਰਮਾਤਮਾ ਆਪਣੇ ਅੰਦਰ ਹੈ, ਆਪਾਂ ਉਹਦੇ ਨਾਲ ਇਕਮਿਕ ਹੋ ਗਏ, ਬੈਠੇ ਹਾਂ। ਆਹੀ ਧਿਆਨ ਹੈਗਾ ਭਾਈ। ਮਾਲਕ ਚੁੱਪ ਹੈਗਾ, ਆਪਾਂ ਵੀ ਚੁੱਪ ਹੋ ਗਏ। ਇਹ ਮਨ ਗੁਰ ਕੀ ਸਿੱਖ ਸੁਣ, ਹਰ ਭਾਵੇਂ ਗੁਣੀ ਨਿਧਾਨ। ਔਰ ਇਹਦੇ ਵਾਸਤੇ ਜਿਹੜਾ ਹੈਗਾ ਉਹ ਸ਼ਬਦ ਜਿਹੜੇ ਹੈਗੇ ਉਹ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੌੜ ਜਨਮ ਨਾਮਾ, ਉਹ ਸ਼ਬਦ ਜਿਹੜਾ ਹੈਗਾ ਪ੍ਰਗਟ ਹੋ ਜਾਂਦਾ ਹੈ। ਜਦ ਆਪਾਂ ਚੁੱਪ ਹੋ ਗਏ, ਵਿਚਾਰ ਬੰਦ ਹੋਏ, ਤੇ ਸ਼ਬਦ ਪ੍ਰਗਟ ਹੋਣਾ ਲਾਜ਼ਮੀ ਹੈਗਾ ਭਾਈ। ਇਹ ਮਨ ਗੁਰ ਕੀ ਸਿੱਖ ਸੁਣ, ਹਰ ਭਾਵੇਂ ਗੁਣੀ ਨਿਧਾਨ, ਹਰ ਸੁਖ ਦਾਤਾ ਮਨ ਵਸੈ, ਹਉਮੈ ਜਾਏ ਗੁਮਾਨ। ਸੁੱਖਾਂ ਦਾ ਦਾਤਾ ਉਹ ਮਾਲਕ ਪਰਮਾਤਮਾ ਮਨ 'ਚ ਵਸ ਜਾਏਗਾ। ਉਹ ਤਾਂ ਅੰਦਰ ਆਲਰੇਡੀ ਹੈਗਾ ਹੈ, ਆਪਾਂ ਹੀ ਗਏ ਹੋਏ ਹਾਂ ਬਾਹਰ। ਧਨਵਾਂਡੀ ਪ੍ਰਦੇਸ਼ ਨਿਵਾਸੀ, ਉਹ ਤਾਂ ਅੰਦਰ ਬੈਠਾ ਹੈ, ਉਹਦੇ ਅੰਦਰ ਹੀ ਤਾਂ ਆਪਾਂ ਹੈਗੇ। ਆਪਾਂ ਹੀ ਜਿਹੜੇ ਹੈਗੇ ਮਾਇਆ ਦੇ ਵਿੱਚ ਜਿਹੜੇ ਹੈ, ਪਦਾਰਥਾਂ ਦੇ ਵਿੱਚ ਜਿਹੜੇ ਹੈਗੇ, ਇਹ ਜਿਹੜੇ ਹੈਗੇ ਵਿਸ਼ੇ ਦੇ ਵਿੱਚ ਜਿਹੜਾ ਹੈਗਾ, ਬਿਖ ਦੇ ਵਿੱਚ ਆਪਾਂ ਗੁੰਮ ਹੋ ਜਾਂਦੇ। ਹਰ ਸੁਖ ਦਾਤਾ ਮਨ ਵਸੈ, ਹਉਮੈ ਜਾਏ ਗੁਮਾਨ। ਤਾਂ ਇਹ ਹਉਮੈ ਜਾਏਗੀ ਭਾਈ। ਸਿੱਖ ਸੁਣਨੀ ਹੀ ਸੇਵਾ ਹੈ ਜੀ ਗੁਰਦੇਵ। ਹਾਂ ਬਿਲਕੁਲ, ਉਹਨੂੰ ਅਪਣਾਉਣਾ। ਸੁਣਨ ਦੇ ਵਿੱਚ ਵੀ ਜਿਹੜਾ ਅਪਣਾਉਣੇ ਦੇ ਉੱਤੇ ਆਉਣਾ ਪਊਗਾ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਾਂ ਗੁਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਹਰ ਕੀ ਟਹਿਲ ਕਮਾਵਣੀ। ਹਾਂਜੀ। ਹਰ ਸੁਖ ਦਾਤਾ ਮਨ ਵਸੈ, ਹਉਮੈ ਜਾਏ ਗੁਮਾਨ। ਨਾਨਕ ਨਦਰੀ ਪਾਈਏ, ਤਾਂ ਅੰਦਿਨ ਲਾਗੇ ਧਿਆਨ। ਦੇਖ ਲਓ ਭਾਈ, ਇਹ ਮਿਹਰ ਹੈਗੀ ਮਾਲਕ ਪਰਮਾਤਮਾ ਦੀ। ਇਹ ਮਾਲਕ ਦੀ ਮਿਹਰ ਹੈਗੀ ਆ। ਉਹਦੀ ਮਿਹਰ ਦੇ ਨਾਲ ਆਹ ਸਟੇਜ ਆ ਜਾਂਦੀ ਆ ਔਰ ਆਹ ਸੇਵਾ ਮਿਲ ਜਾਂਦੀ ਆ। ਕੀ ਪਾਈਏ? ਉਹ ਸੇਵਾ। ਤੇ ਫਿਰ ਅੰਦਿਨ ਲਾਗੇ ਧਿਆਨ ਔਰ ਮਾਲਕ ਆ ਜਾਂਦਾ। ਮਾਲਕ ਜਿਹੜਾ ਹੈਗਾ ਅੰਦਰ ਹੈਗਾ, ਆਪਾਂ ਉਹਦੇ ਨਾਲ ਟਿਊਨ ਹੋ ਜਾਂਦੇ ਹਾਂ ਔਰ ਧਿਆਨ ਲੱਗ ਜਾਂਦਾ ਹੈ। ਆਹੀ ਧਿਆਨ ਆ ਬਸ। ਪੌੜੀ ਸਤ ਸੰਤੋਖ ਸਭ ਸੱਚ ਹੈ, ਗੁਰਮੁਖ ਪਵਿੱਤਾ। ਸਤ ਸੰਤੋਖ ਸਭ ਸੱਚ ਹੈ, ਗੁਰਮੁਖ ਪਵਿੱਤਾ। ਇਹ ਗੁਰੂ ਦੇ ਰਾਹੀਂ ਜਿਹੜਾ ਹੁਣ ਇਹ ਗੁਰੂ ਦੀ ਸਿੱਖਿਆ। ਹੁਣ ਦੇਖੋ ਇਸ ਦੇ ਬਾਅਦ ਇਹ 2 ਸ਼ਲੋਕ ਲੱਗੇ, ਉਸ ਤੋਂ ਬਾਅਦ ਜਿਹੜੀ ਹੈਗੀ ਪੌੜੀ ਆ ਗਈ। ਔਰ ਸ਼ਲੋਕ ਕੀ ਕਹਿ ਰਹੇ ਸੀ ਬਈ, ਗੁਰੂ ਦੀ ਜਿਹੜੀ ਹੈਗੀ ਆ, ਗੁਰੂ ਦੀ ਸੇਵਾ ਕਰ। ਜੋ ਗਿਆਨ ਕਹਿ ਰਿਹਾ ਉਹਨੂੰ ਅਪਣਾ ਲਾ। ਹੁਣ ਜਿਹੜਾ ਅਪਣਾਊਗਾ ਉਹ ਪਵਿੱਤਰ ਹੋ ਜਾਏਗਾ। ਗੁਰਮੁਖੇ ਪਵਿੱਤਾ, ਫਿਰ ਪਵਿੱਤਰ ਹੋ ਗਿਆ ਤੇ ਕੀ ਹੋਇਆ? ਸਤ ਸੰਤੋਖ ਸਭ ਸੱਚ ਹੈ, ਸੱਚ ਅੰਦਰ ਆ ਗਿਆ ਤੇ ਸਤ ਸੰਤੋਖ ਹੋਣਾ ਲਾਜ਼ਮੀ ਹੈਗਾ। ਆਹ ਗੁਣ ਉਹਦੇ ਅੰਦਰ ਆਟੋਮੈਟਿਕਲੀ ਆ ਜਾਣੇ। ਸਤ ਸੰਤੋਖ ਕੋਈ ਆਪਾਂ ਨੇ ਜਿਹੜਾ ਹੈਗਾ ਲੈ ਕੇ ਥੋੜ੍ਹੀ ਨਾ ਆਉਣੇ। ਸਤ ਸੰਤੋਖ ਸਭ ਸੱਚ ਹੈ, ਗੁਰਮੁਖੇ ਪਵਿੱਤਾ। ਅੰਦਰੋਂ ਕਪਟ ਵਿਕਾਰ ਗਿਆ, ਮਨ ਸਹਿਜੇ ਜਿੱਤਾ।
ਔਰ ਅੰਦਰੋਂ ਕਪਟ ਵਿਕਾਰ। ਜਦ ਗੁਰੂ ਦੇ ਅਨੁਸਾਰ ਚੱਲ ਪਏ ਆਪਾਂ, ਗੁਰੂ ਦੇ ਅਨੁਸਾਰ ਆਪਣੇ ਆਪ ਨੂੰ ਆਪਾਂ ਚੇਂਜ ਕਰਨ ਲੱਗ ਪਏ, ਰੀਬਿਲਡ ਕਰਨ ਲੱਗ ਪਏ, ਤੇ ਵਿਕਾਰ ਹੀ ਜਾਣੇ ਆ। ਕਪਟ ਛਲ ਕਪਟ ਕਿਹਦੇ ਨਾਲ ਕਰਾਂਗੇ? ਜੇ ਮਾਲਕ ਆਪਣੇ ਨਾਲ ਹੈਗਾ, ਗੁਰੂ ਦੀ ਮੱਤ ਆਪਣੇ ਕੋਲ ਹੈਗੀ, ਆਪਾਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਿਸੇ ਨੂੰ ਧੋਖਾ ਦੇ ਸਕਦੇ ਹਾਂ? ਅੰਦਰੋਂ ਕਪਟ ਵਿਕਾਰ ਗਿਆ, ਮਨ ਸਹਿਜੇ ਜਿੱਤਾ। ਆ ਮਨ ਜਿੱਤਿਆ ਗਿਆ ਪਾਏ। ਮਨ ਨੂੰ ਜਿੱਤਣਾ ਕੀ ਹੈ? ਮਨ ਤੋਂ ਕੰਟਰੋਲ ਹਟਾਤਾ, ਆਤਮਾ ਦੇ ਕੋਲ ਕੰਟਰੋਲ ਆ ਗਿਆ। ਅੰਦਰੋਂ ਕਪਟ ਵਿਕਾਰ ਗਿਆ, ਮਨ ਸਹਿਜ ਜਿੱਤ। ਔਰ ਆਤਮਾ ਕੀ? ਆਤਮਾ ਪਰਮਾਤਮਾ ਹੈਗੀ ਭਾਈ। ਹਉਮੈ ਚਲੀ ਗਈ। ਇਨਸਾਨ ਜਿਹੜਾ ਹੈਗਾ, ਮੈਂ ਮਮਤਾ ਜਿਹੜੀ ਹੈਗੀ, ਜੋ ਵੀ ਮੈਂ ਸੀਗੀ ਉਹਦੀ ਖਤਮ ਹੋ ਗਈ, ਇੱਕ ਰਹਿ ਗਿਆ ਉੱਥੇ। ਅੰਦਰੋਂ ਕਪਟ ਵਿਕਾਰ ਗਿਆ, ਮਨ ਸਹਿਜ ਜਿੱਤਾ। ਤਹਿ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ। ਆਲੋ ਜੋਤ ਪ੍ਰਕਾਸ਼ ਹੋ ਗਿਆ, ਆਤਮਾ ਦੇ ਕੋਲ ਚਾਰਜ ਆ ਗਿਆ। आत्मा प्रकाश है, जोत प्रकाश है। तह जोत प्रकाश आनंद रस और अमृत रस भी आ गया। अज्ञान गविता, अज्ञान जिहड़ा सी, धोखा जिहड़ा, ट्रैप जिहड़ी सीगी, जिहड़ा आकार सीगा जो दिस रहा है पंजां तत्तां दा, स्वादां दा, रसां कसां दा, वो जिहड़ा हैगा गवाच गया। ਇਹ ਨਹੀਂ ਕਿ ਆਪਾਂ ਨੇ ਰਸ ਕਸ ਜਿਹੜੇ ਜੋ ਵੀ ਦੁਨੀਆ ਦੇ ਵਿੱਚ ਜਿਹੜੀ ਜ਼ਰੂਰਤ ਹੈਗੀ ਆਪਾਂ ਉਹਨੂੰ ਨਹੀਂ ਲੈ ਰਹੇ, ਬਸ ਉਹੀ ਆਪਣਾ ਟਾਰਗੇਟ ਨਹੀਂ ਹੈਗਾ। ਤੈਂ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿਤਾ, ਅਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ। ਬਸ ਹੁਣ ਗੁਣਾਂ ਦੇ ਵਿੱਚ ਰਵਦਾ ਹੈ ਇਨਸਾਨ, ਗੁਣ ਪ੍ਰਗਟ ਹੋ ਗਏ। ਗੁਣ ਆਟੋਮੈਟਿਕਲੀ ਆਪਣੇ ਅੰਦਰ ਗੁਣ ਆ ਜਾਣੇ। ਅਨ ਦਿਨ ਹਰ ਕੇ ਗੁਣ ਰਵੈ, ਗੁਣਾਂ ਦੇ ਵਿੱਚ ਹੀ ਰਵਦਾ ਹੈ ਫਿਰ ਉਹ। ਸਭਨਾ ਦਾਤਾ ਇੱਕ ਹੈ, ਇੱਕੋ ਹਰ ਮਿੱਤਾ। ਸਾਰਿਆਂ ਦਾ ਦਾਤਾ ਉਹ ਮਾਲਕ ਪਰਮਾਤਮਾ ਹੈਗਾ ਭਾਈ, ਉਹੀ ਮਿੱਤਰ ਹੈਗਾ। ਬਸ ਜਿਹੜਾ ਉਹਨੂੰ ਮਿੱਤਰ ਜਿਹੜਾ ਹੈਗਾ ਮਿੱਤਰਤਾ ਕਰ ਲੈਂਦਾ ਹੈ, ਜਿਹੜਾ ਇਹ ਭੁੱਲ ਭੁਲਈਆ ਤੋਂ ਜਿਹੜਾ ਹੈਗਾ ਫਿਰ ਵਾਪਸ ਸ਼ਿਫਟ ਹੋ ਜਾਂਦਾ ਹੈ ਮਾਲਕ ਵੱਲ, ਉਹ ਜਿੱਤ ਜਾਂਦਾ ਹੈ ਖੇਡ ਨੂੰ। ਉਹ ਮਾਲਕ ਤਾਂ ਸਾਰਿਆਂ ਦਾ ਹੈਗਾ ਔਰ ਸਾਰਿਆਂ ਦੇ ਵਿੱਚ ਹੈਗਾ, ਉਹਦੇ ਵਿੱਚ ਹੀ ਸਾਰਾ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਹੈਗੀ। ਕਿੰਨਾ ਦੇਖੋ, ਕਿੰਨਾ ਜਿਹੜਾ ਹੈਗਾ ਗਿਆਨ ਦਾ ਜਿਹੜਾ ਕਿੰਨਾ ਭੰਡਾਰ ਭਰਿਆ ਪਿਆ। ਸ਼ਲੋਕ ਮਹਲਾ ਤੀਜਾ, ਅਸੀਂ 512 ਅੰਕ 'ਤੇ ਹੈਗੇ ਜੀ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ, ਜੇ ਅਨਦਿਨ ਹਰ ਲਿਵ ਲਾਏ। ਬ੍ਰਹਮ ਬਿੰਦੇ, ਬ੍ਰਹਮ ਨੂੰ ਬਿੰਦਣਾ ਹੈ ਬਾਏ। ਬ੍ਰਹਮ ਦੇ ਵਿੱਚ ਬ੍ਰਹਮ ਆਪਣਾ ਮਨ ਰੁਕਾਵਟ ਹੈਗਾ, ਉਹ ਬ੍ਰਹਮ ਔਰ ਆਪਣੇ ਵਿੱਚ। ਔਰ ਬ੍ਰਹਮ ਜਿਹੜਾ ਹੈਗਾ, ਇਹ ਸਾਰੀ ਜਿਹੜੀ ਹੈਗੀ ਗੇਮ ਜਿਹੜੀ ਹੈਗੀ, ਇਹ ਜੋ ਜਿਹੜਾ ਆਕਾਰ ਆਪਾਂ ਨੂੰ ਜੋ ਸ੍ਰਿਸ਼ਟੀ ਨਜ਼ਰ ਆ ਰਹੀ ਹੈ, ਇਹ ਬ੍ਰਹਮ ਹੈ। ਔਰ ਇਸ ਤੋਂ ਅੱਗੇ ਜਿਹੜਾ ਹੈਗਾ ਇਹਨੂੰ ਬਿੰਨ ਲਿਆ ਕਿਸੇ ਨੇ ਤੇ ਅੱਗੇ ਪਾਰ ਬ੍ਰਹਮ ਹੋ ਜਾਏਗਾ। ਉਹਨੂੰ ਕਹਿੰਦੇ ਬ੍ਰਾਹਮਣ। ਬ੍ਰਹਮ ਬਿੰਦਾ ਸੋ ਬ੍ਰਾਹਮਣ ਕਹੀਏ, ਜੇ ਅਨਦਿਨ ਹਰ ਲਿਵ ਲਾਏ। ਔਰ ਕਿਵੇਂ ਬਿੰਨਿਆ ਜਾਏਗਾ? ਕਹਿੰਦੇ ਲਿਵ ਲਾਉਣੀ ਪਊਗੀ, ਲਿਵ ਲੱਗ ਜਾਏਗੀ। ਲਿਵ ਲੱਗਣੀ ਕੀ ਹੈਗੀ? ਲਿਵ ਲੱਗਣੀ ਹੈਗੀ ਸੁਣਨ 'ਚ ਚਲੇ ਗਏ ਆਪਾਂ, ਵਿਚਾਰ ਬੰਦ ਹੋ ਗਏ, ਇਹ ਵਿਚਾਰ ਮੰਡਲ ਕ੍ਰਾਸ ਕਰ ਗਏ। ਬ੍ਰਹਮ ਬਿੰਦੇ ਔਰ ਵਿਚਾਰ ਮੰਡਲ ਕਿਵੇਂ ਕ੍ਰਾਸ ਕਰਾਂਗੇ? ਜੇ ਆਪਣੇ ਵਿਚਾਰਾਂ ਨੂੰ ਜਿਹੜੇ ਹੈਗੇ ਆਪਾਂ ਜਿਹੜੇ ਧਿਆਨ ਸਿਮਰਨ ਕਰਾਂਗੇ, ਆਪਣੇ ਅੰਦਰ ਵੜਾਂਗੇ, ਵਿਚਾਰਾਂ ਨੂੰ ਦੇਖਾਂਗੇ, ਵਿਚਾਰਾਂ ਨੂੰ ਡ੍ਰੌਪ ਕਰਾਂਗੇ। ਸਾਰਾ ਦਿਨ ਆਪਾਂ ਜਿਹੜੇ ਹੈਗੇ ਇਹ ਵਿਚਾਰਾਂ ਦੀਆਂ ਪਤੰਗਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਉਡਾਈ ਜਾਂਦੇ ਹਾਂ। ਔਰ ਇਹ ਪਤੰਗਾਂ ਕਿਹੜੀਆਂ, ਕੋਈ ਲਾਲ ਪੀਲੀ ਹਰੀ ਨੀਲੀ ਜਿਹੜੀ ਪਤੰਗਾਂ ਆਉਂਦੀਆਂ ਇਹ ਆਪਣੇ ਵੱਸ 'ਚ ਨਹੀਂ ਹੈਗੀਆਂ। ਇਹ ਕਿਹੜੀ ਪਤੰਗ ਨੇ ਕਦੋਂ ਆਉਣਾ ਹੈ, ਆਪਣੇ ਵੱਸ 'ਚ ਨਹੀਂ ਹੈਗਾ। ਇਹ ਗੇਮ ਹੈਗੀ ਮਾਲਕ ਪਰਮਾਤਮਾ ਦੀ ਗੇਮ ਹੈ। ਇਹ ਕਾਲ ਨੂੰ ਇਹਦਾ ਚਾਰਜ ਦਿੱਤਾ ਹੋਇਆ। ਇਹ ਟੈਸਟ ਹੈਗਾ ਆਪਣਾ। ਵਿਚਾਰ ਜਿਹੜੇ ਹੈਗੇ ਟੈਸਟ ਹੈਗਾ ਆਪਣਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ, ਜੇ ਅਨਦਿਨ ਹਰ ਲਿਵ ਲਾਏ। ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ, ਹਉਮੈ ਰੋਗ ਤਿਸ ਜਾਏ। ਸਤਿਗੁਰੂ ਨੂੰ ਪੁੱਛਣਾ ਕੀ ਹੈ? ਫਿਰ ਵਾਪਸ ਉਹੀ ਗੱਲ ਉੱਥੇ ਆ ਜਾਂਦਾ ਗਾਂ ਘੁੰਮ ਫਿਰ ਕੇ ਭਾਈ। ਬਈ ਗਿਆਨ ਜਿਹੜਾ ਹੈਗਾ, ਗਿਆਨ ਨੂੰ ਅਪਣਾਉਣਾ ਹੈ, ਸੁਣਨਾ ਹੈ। ਸੁਣ ਕੇ ਜਿਹੜਾ ਹੈ ਉਸ ਦੇ ਅਨੁਸਾਰ ਉਹਦਾ ਧਾਰਨੀ ਹੋ ਜਾਣਾ ਹੈ, ਕਮਾਉਣਾ ਹੈ ਉਹਨੂੰ। ਸੱਚ ਸੰਜਮ
ਕਮਾਵੈ। ਗਿਆਨ ਕੀ ਕਹਿ ਰਿਹਾ? ਗਿਆਨ ਕਹਿ ਰਿਹਾ ਭਾਈ ਦੇਖ ਆਹ ਸਵਾਦ ਚੋਗਾ ਜੋ ਰਸ ਕਸ ਪਾਏ ਹੋਏ ਆ, ਇਹਦੇ ਨਾਲ ਜਿਹੜਾ ਹੈਗਾ ਇਹਦੇ ਨਾਲ ਹੀ ਰਹੇਗਾ ਤੇ ਤੇਰਾ ਜਨਮ ਖਤਮ ਹੋ ਜਾਏਗਾ। ਇਸੇ ਦੇ ਵਾਸਤੇ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਆਪਣਾ ਪੂਰੀ ਉਮਰ ਲਗਾ ਦੇਂਗਾ ਤੇ ਵੇਸਟ ਹੋ ਜਾਏਗਾ। ਇਹਨੂੰ ਸੰਜਮ ਦੇ ਨਾਲ ਵਰਤ। ਸਤਿਗੁਰ ਪੁੱਛੇ ਸੱਚ ਸੰਜਮ ਕਮਾਵੈ, ਹਉਮੈ ਰੋਗ ਤਿਸ ਜਾਏ। ਉਹਦਾ ਹਉਮੈ ਰੋਗ ਜਾਏਗਾ ਭਾਈ। ਹਉਮੈ ਕੀ ਹੈਗੀ? ਹਉਮੈ ਹੈਗੀ ਆਪਾਂ ਨੇ ਆਪਣੇ ਆਪ ਨੂੰ ਸਰੀਰ ਸਮਝ ਕੇ ਆਪਾਂ ਗਤੀ ਕਰਦੇ ਹਾਂ। ਪੂਰਾ ਜੀਵਨ ਆਪਣਾ ਦੇਖ ਲਈਏ ਆਪਾਂ ਕਿ ਆਪਾਂ ਸਿਰਫ ਸਰੀਰ ਦੇ ਵਾਸਤੇ ਹੀ ਜਿਹੜਾ ਹੈਗਾ ਸਾਰਾ ਦਾ ਸਾਰਾ ਸਮਾਂ ਲਗਾਇਆ ਹੈ। ਸਤਿਗੁਰ ਪੁੱਛਿਆ ਸੱਚ ਸੰਜਮ ਕਮਾਵੇ, ਹਉਮੈ ਰੋਗ ਤਿਸ ਜਾਏ। ਆਹੀ ਹਉਮੈ, ਮੈਂ ਸਰੀਰ ਹੈਗਾ ਹੈ, ਬਸ ਆਹੀ ਹਉਮੈ। ਇਸ ਕਰਕੇ ਆਪਾਂ ਜਿਹੜੇ ਹੈਗੇ ਦੁਨੀਆ ਦੇ ਵਿੱਚ ਐਸੇ ਤਰੀਕੇ ਦੇ ਨਾਲ ਆਪਾਂ ਜਿਹੜੇ ਹੈਗੇ ਵਰਤਦੇ ਹਾਂ। ਹੰਕਾਰ ਦੇ ਵਿੱਚ, ਪਦਾਰਥਾਂ ਦੇ ਵਿੱਚ ਇਹਦਾ ਹੰਕਾਰ ਆਪਾਂ ਨੂੰ, ਸਰੀਰ ਦਾ ਹੰਕਾਰ, ਕਾਰਗ੍ਰਸਤੀ ਦਾ ਹੰਕਾਰ। ਸਤਿਗੁਰ ਪੁੱਛੈ ਸੱਚ ਸੰਜਮ ਕਮਾਵੇ, ਹਉਮੈ ਰੋਗ ਤਿਸ ਜਾਏ। ਹਰ ਗੁਣ ਗਾਵੇ, ਹਰ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਹਰ ਗੁਣ ਗਾਵੇ ਕੀ ਹੈਗਾ? ਬਈ ਗਿਆਨ, ਗੁਰੂ ਦਾ ਗਿਆਨ, ਗੁਰੂ ਦੀ ਮੱਤ ਜਿਹੜੀ ਹੈਗੀ ਲਏ, ਵਿਚਾਰੇ, ਉਹਨੂੰ ਵਿਚਾਰਨਾ ਹੈਗਾ। ਤੇ ਫਿਰ ਸੰਗ੍ਰਹਿ, ਹਰ ਗੁਣ ਗਾਵੇ, ਗੁਣ ਸੰਗ੍ਰਹਿ, ਗੁਣਾਂ ਨੂੰ ਇਕੱਠਾ ਕਰ ਲੈ। ਸੰਗਰਨਾ ਕੀ ਹੈ? ਆਪਣੇ ਵਿੱਚ ਗੁਣ ਜਿਹੜੇ ਹੈਗੇ ਧਾਰਨੀ ਹੋ ਗਿਆ ਗੁਣਾਂ ਦਾ, ਉਹ ਸੰਗ੍ਰਹਿ ਹੋ ਗਿਆ। ਨਹੀਂ ਤਾਂ ਗੁਣਾਂ ਨੂੰ ਕਿੱਥੇ ਲੈ ਲਾਂਗੇ ਆਪਾਂ? ਸਤ ਸੰਤੋਖ ਦਇਆ ਧਰਮ ਧੀਰਜ ਆ ਗੁਣ ਹੈਗੇ, ਇਹਨਾਂ ਨੂੰ ਇਹ ਖਾਲੀ ਕਹਿਣ ਦੇ ਨਾਲ ਥੋੜ੍ਹੀ ਨਾ ਆ ਜਾਣਗੇ ਆਪਣੇ ਕੋਲ। ਇਹ ਕਿੱਥੇ ਸੰਗ੍ਰਹਿ ਕਰਨਾ ਇਹਨਾਂ ਦਾ? ਹਰ ਗੁਣ ਗਾਵੇ, ਹਰ ਗੁਣ ਸੰਗ੍ਰਹਿ। ਸੰਗ੍ਰਹਿ ਮਤਲਬ ਇਕੱਠਾ ਕਰਨਾ, ਇਹਨਾਂ ਨੂੰ ਇਕੱਠਾ ਆਪਣੇ ਅੰਦਰ, ਆਪਣੇ ਆਪਾਂ ਇਹਦੇ ਧਾਰਨੀ ਹੋ ਗਏ। ਸੱਚ ਬੋਲਣਾ ਸ਼ੁਰੂ ਕਰਤਾ ਤੇ ਸੱਚ ਦਾ ਗੁਣ ਆ ਗਿਆ। ਸੰਤੋਖ ਦੇ ਵਿੱਚ ਰਹਿਣਾ ਸ਼ੁਰੂ ਕਰਤੇ, ਜੋ ਮਾਲਕ ਦੇ ਰਿਹਾ ਸੰਤੋਖ ਹੈ, ਸੰਤੋਖ ਵਾਲਾ ਗੁਣ ਆ ਗਿਆ। ਦਇਆ ਆ ਗਈ, ਹਰੇਕ ਤੇ ਦਇਆ ਕਰਨੀ। ਹਰ ਗੁਣ ਗਾਵੇ, ਹਰ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਤਾਂ ਜਿਹੜੀ ਹੈਗੀ ਜੋਤੀ ਦੇ ਵਿੱਚ ਜੋਤ ਮਿਲਦੀ ਹੈ। ਪਹਿਲਾਂ ਸੁਰਤ ਆਤਮਾ ਦੇ ਵਿੱਚ ਪਹਿਲਾਂ ਆਪਣੀ ਆਤਮਾ ਦਾ ਪਤਾ ਲੱਗਦਾ ਹੈ। ਹਰ ਗੁਣ ਗਾਵੇ, ਹਰ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਯੁੱਗ ਦੇ ਵਿੱਚ ਕਹਿੰਦੇ ਕੋਈ ਟਾਵਾਂ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਕਿੰਨਾ ਰੇਅਰ ਹੈ। ਦੇਖੋ ਕਿੰਨੀ ਔਖੀ ਗੇਮ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਦੇਖ ਲਓ ਗਿਣੇ ਚੁਣੇ ਜਿਹੜੇ ਹੈਗੇ ਬ੍ਰਹਮ ਗਿਆਨੀ ਹੈਗੇ ਭਾਈ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ। ਪਤਾ ਨਹੀਂ ਮਹਾਰਾਜ ਨੇ ਦੇਖ ਲਓ ਕਿੰਨੀਆਂ 10 ਜੋਤਾਂ ਹੋ ਗਈਆਂ, ਉਹਨਾਂ ਨੇ ਜਿਹੜੇ ਹੈਗੇ ਆ ਇਹ ਜਿਹੜੇ ਹੈਗੇ ਬ੍ਰਹਮ ਗਿਆਨੀ ਜਿਹੜੇ ਹੈਗੇ ਇਹਨਾਂ ਨੂੰ ਕਲਮਬੱਧ, ਇਹਨਾਂ ਦਾ ਸਾਰਾ ਗਿਆਨ ਇੱਕ ਜਗ੍ਹਾ ਤੇ ਕਰ ਦਿੱਤਾ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਇਸ ਤਰ੍ਹਾਂ ਹਉਮੈ ਮਿਟਦੀ ਹੈ ਔਰ ਮਾਲਕ ਹਉਮੈ ਗਈ ਤੇ ਬਸ ਇੱਕ ਰਹਿ ਗਿਆ। ਫਿਰ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਏ, ਜੇ ਅਨਦਿਨ ਹਰ ਨਾਮ ਧਿਆਏ। ਕਹਿੰਦੇ ਜਿਹੜਾ ਅਨਦਿਨ ਜਿਹੜਾ ਹੈਗਾ, ਜਿਹਦਾ ਰੂਟੀਨ ਹੋ ਗਿਆ ਧਿਆਨ ਸਿਮਰਨ ਦੇ ਵਿੱਚ ਬੈਠਣਾ, ਨਾਮ ਨੂੰ ਧਿਆਉਣਾ ਕੀ ਹੈਗਾ? ਬਸ ਚੁੱਪ ਹੋ ਗਿਆ, ਧਿਆਨ ਲੱਗ ਗਿਆ, ਉਹ ਮਾਲਕ ਅੰਦਰ ਹੈਗਾ, ਮਾਲਕ ਦੇ ਨਾਲ ਇੱਕ ਮਿਕ ਹੈ। ਧਿਆਨ ਬੈਠ ਗਏ, ਚੁੱਪ ਹੋ ਗਏ, ਬਸ ਉਹੀ ਧਿਆਨ ਹੈਗਾ। ਵਿਚਾਰ ਮਾਇਆ ਜਿਹੜੀ ਹੈਗੀ, ਜਿਹੜਾ ਆਪਣਾ ਧਿਆਨ ਭੰਗ ਕਰ ਰਹੀ ਸੀਗੀ, ਉਹਨੂੰ ਆਪਾਂ ਨੇ ਅਬਜ਼ਰਵ ਕਰਨਾ ਹੈ। ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਏ, ਜੇ ਅਨਦਿਨ ਹਰ ਨਾਮ ਧਿਆਏ। ਉਹ ਪਤੰਗਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਾਂ ਨੇ ਨਹੀਂ ਆਪਣੀ ਸੁਰਤ ਉਹਨਾਂ ਦੇ ਨਾਲ ਬੰਨਣੀ, ਸੁਰਤ ਦੀ ਡੋਰੀ। ਪਤਾ ਹੀ ਨਹੀਂ ਲੱਗਦਾ ਨਾ ਇਹ ਜਿਹੜਾ ਹੈਗਾ, ਇਹ ਦੇਖੋ 1 ਘੰਟਾ ਜਿਹੜਾ ਅੱਧਾ ਘੰਟਾ ਪਤਾ ਹੀ ਨਹੀਂ ਲੱਗੇਗਾ। ਆਪਾਂ ਨੂੰ ਲੱਗੂਗਾ ਕਿ 5 ਹੀ ਮਿੰਟ ਹੋਏ ਆ। ਉਹ ਟਾਈਮ ਇੰਨਾ ਪਤਾ ਨਹੀਂ ਕਿਸ ਤਰ੍ਹਾਂ ਚਲੇ ਜਾਂਦਾ, ਟਾਈਮ ਪਤਾ ਹੀ ਨਹੀਂ ਲੱਗਦਾ ਕਿਵੇਂ ਟਾਈਮ ਚਲਾ ਗਿਆ। ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਏ, ਜੇ ਅਨਦਿਨ ਹਰ ਨਾਮ ਧਿਆਏ। ਮਹਲਾ ਤੀਜਾ। ਅੰਤਰ ਕਪਟ ਮਨਮੁਖ ਅਗਿਆਨੀ, ਰਸਨਾ ਝੂਠ ਬੁਲਾਏ। ਹੁਣ ਜਿਹੜਾ ਹੈਗਾ ਆਪੋਜ਼ਿਟ ਦੱਸ ਰਹੇ ਪਾਏ, ਨਹੀਂ ਜਿਹੜਾ ਹੈਗਾ ਧਿਆਨ ਸਿਮ ਕਰੇਗਾ, ਨਹੀਂ ਗੁਰੂ ਦੀ ਮੱਤ ਲਏਗਾ,
ਨਹੀਂ ਤੂੰ ਜਿਹੜਾ ਇਸ ਰਸਤੇ ਤੇ ਆਏਗਾ ਤੇ ਮਨੁੱਖੀ ਜੂਨ ਪਾਈ ਹੈ ਤੂੰ, ਤੇ ਤੇਰੇ ਅੰਦਰ ਇਹ ਕਪਟ ਰਹੇਗਾ। ਦੂਸਰੇ ਨੂੰ ਧੋਖਾ ਦੇਏਗਾ, ਕਿਉਂਕਿ ਤੇਰਾ ਇੰਟਰਸਟ ਜਿਹੜਾ ਹੈਗਾ ਉਹ ਆਕਾਰ ਤੇ ਸਵਾਦਾਂ ਤੇ ਰਸਾਂ ਕਸਾਂ ਤੇ ਹੈਗਾ। ਅੰਤਰ ਕਪਟ ਉਹਦਾ ਕੰਪੀਟੀਸ਼ਨ ਹੈਗਾ। ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੁਲਾਏ, ਫਿਰ ਜਿਹੜਾ ਹੈਗਾ ਜੀਭ ਦੇ ਨਾਲ ਵੀ ਝੂਠ ਬੋਲੇਗਾ। ਅਗਿਆਨਤਾ ਹੈਗੀ, ਮਨ ਡਰਾਈਵਰ ਹੈਗਾ। ਕਪਟ ਕੀਤੇ ਹਰ ਪੁਰਖ ਨਾ ਪੀਜੈ, ਨਿਤ ਵੇਖੈ ਸੁਣੈ ਸੁਭਾਏ। ਔਰ ਇਹਦੇ ਨਾਲ ਦੇਖ ਲਓ, ਅੰਤਰ ਕਪਟ ਮਨਮੁਖ ਅਗਿਆਨੀ, ਇਹ ਕਿਹਦੇ ਵਾਸਤੇ ਕਰ ਰਿਹਾ? ਕਹਿੰਦੇ ਜਿਹੜਾ ਭਗਤੀ ਮਾਰਗ ਤੇ ਚੱਲ ਰਿਹਾ, ਭਗਤੀ ਵੀ ਕਰ ਰਿਹਾ ਔਰ ਦੂਸਰੇ ਪਾਸੇ ਜਿਹੜਾ ਹੈਗਾ ਮਨ ਨੂੰ ਵੀ ਡਰਾਈਵਰ ਬਣਾਇਆ ਹੋਇਆ। ਆਹ ਚੀਜ਼ਾਂ ਜਿਹੜੀਆਂ ਹੈਗੀਆਂ, ਅਗਿਆਨਤਾ ਵੀ ਆ ਗਈ, ਝੂਠ ਵੀ ਬੋਲ ਰਿਹਾ ਹੈ, ਛਲ ਕਪਟ ਵੀ ਕਰ ਰਿਹਾ ਹੈ। ਕਹਿੰਦੇ ਮਾਲਕ ਪਰਮਾਤਮਾ ਤਾਂ ਤੇਰੇ ਅੰਦਰ, ਤੇਰੀ ਆਤਮਾ ਤਾਂ ਤੇਰੇ ਅੰਦਰ ਹੈ। ਆਤਮਾ ਤਾਂ ਤੇਰੀ ਦੇਖ ਰਹੀ ਔਰ ਮਨਾ ਵੀ ਕਰ ਰਹੀ ਹੈ ਤੈਨੂੰ। ਉਸੇ ਆਤਮਾ ਨੇ ਅੱਗੇ ਧਰਮਰਾਜ ਦੇ ਕੋਲ ਜਾ ਕੇ ਜਿਹੜਾ ਹੈਗਾ ਉਸੇ ਸਾਰਾ ਸੱਚਾਈ ਬੋਲ ਦੇਣੀ। ਕਪਟ ਕੀਤੇ ਹਰ ਪੁਰਖ ਨਾ ਪੀਜੈ, ਨਿਤ ਵੇਖੈ ਸੁਣੈ ਸੁਭਾਏ। ਉਹ ਤਾਂ ਦੇਖ ਰਹੀ ਹੈ ਆਤਮਾ, ਨਿਤ ਦੇਖ ਰਹੀ ਹੈ, ਸੁਣ ਰਹੀ ਹੈ। ਸਹਿਜ ਸੁਭਾਏ ਤੇਰੇ ਅੰਦਰ ਜਿਹੜੀ ਹੈਗੀ। ਕਪਟ ਕੀਤੇ ਹਰ ਪੁਰਖ ਨਾ ਪੀਜੈ, ਨਿਤ ਵੇਖੈ ਸੁਣੈ ਸੁਭਾਏ। ਦੂਜੇ ਪਾਏ ਜਾਏ ਜਗ ਪਰਬੋਧੈ, ਬਿਖ ਮਾਇਆ ਮੋਹ ਸੁਆਏ। ਇਹ ਜ਼ਹਿਰ ਹੈਗੀ ਮਾਇਆ ਮੋਹ, ਮਾਇਆ ਦਾ ਮੋਹ। ਇਹਦੇ ਸਵਾਰਥ, ਇਹਦੇ ਜਿਹੜੀ ਇੱਛਾ ਹੈਗੀ, ਇਹਦੇ ਵਾਸਤੇ ਜਿਹੜਾ ਹੈਗਾ ਇੰਟਰਸਟ ਹੈਗਾ ਆਹ, ਤੇ ਉਹ ਜਿਹੜਾ ਹੈਗਾ ਬਣਿਆ ਬੈਠਾ ਹੈ ਗਿਆਨੀ, ਦੁਨੀਆ ਪ੍ਰਚਾਰਕ। ਦੂਜੇ ਪਾਏ ਜਾਏ ਜਗ ਪਰਬੋਧੇ, ਭਾਵਨਾ ਅੰਦਰ ਮਾਇਆ ਦੀ ਹੈਗੀ। ਬਿਖ ਮਾਇਆ ਮੋਹ ਸੁਆਏ, ਸਵਾਰਥ ਮਾਇਆ ਦਾ ਹੈਗਾ, ਉਹ ਜਾ ਕੇ ਪ੍ਰਚਾਰ ਕਰ ਰਿਹਾ ਹੈ। ਦੂਜੇ ਪਾਏ ਜਾਏ ਜਗ ਪਰਬੋਧੇ, ਸੰਸਾਰ ਦੁਨੀਆ ਨੂੰ, ਲੋਕਾਂ ਨੂੰ ਜਿਹੜਾ ਹੈਗਾ ਪ੍ਰਚਾਰ ਕਰ ਰਿਹਾ ਹੈ। ਹਿਤ ਕਮਾਣੈ ਸਦਾ ਦੁੱਖ ਪਾਵੈ, ਜੰਮੈ ਮਰੈ ਫਿਰ ਆਵੈ ਜਾਏ। ਕਹਿੰਦੇ ਇਹਦੇ ਨਾਲ ਤਾਂ ਤੂੰ ਸੁਖੀ ਹੋ ਹੀ ਨਹੀਂ ਸਕਦਾ ਪਿਆਰਿਆ। ਹਿਤ ਕਮਾਣੇ ਸਦਾ ਦੁੱਖ ਪਾਵੇ, ਹਮੇਸ਼ਾ ਦੁੱਖ ਪਾਏਗਾ, ਜੰਮਦਾ ਮਰਦਾ ਰਹੇਗਾ, ਆਉਂਦਾ ਜਾਂਦਾ ਰਹੇਗਾ। ਸਹਸਾ ਮੂਲ ਨਾ ਚੁਕਈ, ਵਿੱਚ ਵਿਸ਼ਟਾ ਪਚੇ ਪਚਾਏ। ਤੇਰਾ ਸਹਸਾ ਸਹਿਮ ਜਿਹੜਾ ਹੈਗਾ ਨਹੀਂ ਜਾਏਗਾ। ਇਹ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਜੀਵਨ ਜਿਹੜਾ ਹੈਗਾ ਇਹ ਸਾੜੇ ਵਾਲਾ ਰਹੇਗਾ, ਸੜਦਾ ਰਹੇਗਾ। ਵਿਸ਼ਟਾ ਦੇ ਵਿੱਚ ਜਿਹੜਾ ਹੈਗਾ, ਇਹ ਵਿਸ਼ਟਾ ਹੈਗੀ ਜੋ ਚੋਗਾ ਖਿਲਾਰਿਆ ਹੋਇਆ, ਜੋ ਸਵਾਦ ਰਸਕਸ ਜੋ ਪਦਾਰਥ ਹੈਗੇ, ਇਹ ਵਿਸ਼ਟਾ ਕਹਿ ਰਹੀ ਬਾਣੀ, ਇਹਨੂੰ ਵਿਸ਼ਟਾ ਕਹਿੰਦੀ। ਵਿੱਚ ਵਿਸ਼ਟਾ ਪਚੇ ਪਚਾਏ, ਇਹਦੇ ਵਿੱਚ ਹੀ ਪਚਿਆ ਰਹੇਗਾ। ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ, ਤਿਸ ਗੁਰ ਕੀ ਸਿੱਖ ਸੁਣਾਏ। ਆ ਲਓ, ਫਿਰ ਆ ਗਈ ਉਸੇ ਗਿਆਨ ਦੇ ਉੱਤੇ। ਜਿਸ ਤੇ ਕਿਰਪਾ ਹੋ ਜਾਂਦੀ ਹੈ ਉਹਨੂੰ ਆ ਹੁਣ ਜਿਹੜੀ ਆਪਾਂ ਕੀ ਕਰ ਰਹੇ ਹਾਂ? ਆਪਾਂ ਗੁਰੂ ਦੀ ਸਿੱਖਿਆ ਸੁਣ ਰਹੇ ਹਾਂ। ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ, ਤਿਸ ਗੁਰ ਕੀ ਸਿੱਖ ਸੁਣਾਏ। ਫਿਰ ਉਹ ਕੀ ਕਰੇਗਾ? ਸਿੱਖਿਆ ਨੂੰ ਸੁਣ ਕੇ ਹਰ ਨਾਮ ਧਿਆਵੈ, ਹਰ ਨਾਮੋਂ ਗਾਵੈ, ਹਰ ਨਾਮੋਂ ਅੰਤ ਛਡਾਏ। ਲਓ, ਐਕਸ਼ਨ ਆ ਗਈ। ਐਕਸ਼ਨ ਜਿਸਨੇ ਗੁਰੂ ਦੀ ਸਿੱਖਿਆ ਲੈ ਲਈ, ਜਿਹਦੇ ਅੰਦਰ ਜਿਹੜੀ ਹੈਗੀ ਆ ਗੁਰੂ ਦੀ ਸੇਵਾ ਕਰ ਲਈ ਜਿਹਨੇ, ਉਹ ਕੀ ਕਰੇਗਾ? ਕਹਿੰਦੇ ਨਾਮ ਤੇ ਆਏਗਾ, ਧਿਆਨ ਦੇ ਵਿੱਚ ਬੈਠੇਗਾ। ਭਾਈ ਨਾਮੋ ਗਾਵੇ, ਨਾਮੋ ਗਾਉਣ ਦਾ ਕੀ ਮਤਲਬ ਆ? ਨਾਮ ਨੂੰ ਜਿਹੜਾ ਹੈਗਾ ਇਹ ਜਿਹੜਾ ਹੈਗਾ ਪਰਮਾਤਮਾ ਨੂੰ ਸਮਰਨ ਕਰੇਗਾ, ਪਰਮਾਤਮਾ ਦਾ ਜਪ ਕਰੇਗਾ। ਉਹਦੇ ਨਾਮ ਦੇ ਵਾਸਤੇ ਜਿਹੜਾ ਹੈਗਾ ਸਮਾਂ ਸਵਾਸ ਨਾਮ ਤੇ ਲਗਾਏਗਾ। ਹਰ ਨਾਮੋਂ ਅੰਤ ਛਡਾਵੇ, ਉਸੇ ਨੇ ਛਡਾਉਣਾ ਹੈ ਅੰਤ ਦੇ ਵਿੱਚ। ਪੌੜੀ ਜਿੰਨਾ ਹੁਕਮ ਮਨਾਇਓਨ ਤੇ ਪੂਰੇ ਸੰਸਾਰ ਦੇ ਵਿੱਚ ਦੇਖ ਲਓ ਭਾਈ, ਆਹੀ ਹੁਕਮ ਹੈਗਾ। ਔਰ ਕਹਿੰਦੇ ਉਹ ਪੂਰੇ ਹੈਗੇ ਜਿਨ੍ਹਾਂ ਨੂੰ ਹੁਕਮ ਮਨਾ ਦੇ। ਹੁਕਮ ਕੀ ਆ? ਸਾਰੀ ਬਾਣੀ ਜਿਹੜੀ ਹੈਗੀ ਆ, ਗੁਰੂ ਦੀ ਮੱਤ ਜਿਹੜੀ ਹੈਗੀ, ਇਹ ਹੁਕਮ ਹੀ ਦੱਸ ਰਹੀ ਆ ਆਪਾਂ ਨੂੰ ਭਾਈ। ਜਿੰਨਾ ਹੁਕਮ ਮਨਾਇਓਨ ਤੇ ਪੂਰੇ ਸੰਸਾਰ। ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਦੇ ਵਿਚਾਰ। ਕਹਿੰਦੇ ਵਿਚਾਰ ਗੁਰੂ ਦੀ ਮੱਤ ਨੂੰ ਵਿਚਾਰ ਲਿਆ, ਵਿਚਾਰ ਕੇ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੂੰ ਉਹਦਾ ਧਿਆਨ। ਸਾਹਿਬ ਸੇਵਨ ਕੀ ਹੈਗਾ? ਸਾਹਿਬ ਦਾ ਸੇਵਨਾ ਕੀ ਹੈਗਾ ਭਾਈ? ਸਾਹਿਬ ਨੂੰ ਯਾਦ ਕਰਨਾ, ਮਾਲਕ ਪਰਮਾਤਮਾ ਅੰਗ ਸੰਗ ਹੈਗਾ, ਉਹਦਾ ਧਿਆਨ ਕਰਨਾ, ਇਹ ਉਹਦਾ ਸੇਵਨਾ ਹੈਗਾ।
ਸਾਹਿਬ ਸੇਵਨ ਆਪਣਾ ਸਾਹਿਬ ਹੈ, ਮਾਲਕ ਹੈਗਾ। ਪੂਰੇ ਸ਼ਬਦ ਦੇ ਵਿਚਾਰ, ਹਰ ਕੀ ਸੇਵਾ ਚਾਕਰੀ, ਸੱਚਾ ਸ਼ਬਦ ਦੇ ਪਿਆਰ। ਕਹਿੰਦੇ ਪਰਮਾਤਮਾ ਦੀ ਸੇਵਾ ਚਾਕਰੀ ਕੀ ਹੈਗੀ? ਕਹਿੰਦੇ ਸੱਚੇ ਸ਼ਬਦ ਦੇ ਨਾਲ ਪਿਆਰ ਪੈ ਜਾਏ ਬਸ। ਆਹ ਬਾਣੀ ਵੀ ਸੱਚੀ ਹੈ ਭਾਈ, ਇਹ ਵੀ ਸੱਚਾ ਸ਼ਬਦ ਹੈਗਾ। ਔਰ ਉਹ ਸ਼ਬਦ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਉਹ ਵੀ ਸ਼ਬਦ। ਇਹ ਸਾਰੇ ਦੀ ਸਾਰੇ ਜਿਹੜਾ ਹੈਗਾ ਇੰਟਰਲਿੰਕਡ ਹੈ। ਸਟਾਰਟਿੰਗ ਪੁਆਇੰਟ ਇੱਥੋਂ ਹੋਣਾ ਹੈ, ਗਿਆਨ ਤੋਂ ਹੋਣਾ ਹੈ। ਗਿਆਨ ਦੇ ਨਾਲ, ਗਿਆਨ ਨੂੰ ਆਪਾਂ ਨੇ ਅਪਣਾਉਣਾ ਹੈ, ਗਿਆਨ ਦੇ ਨਾਲ ਫਿਰ ਉਹ ਧਿਆਨ ਕਰਨਾ ਹੈ। ਹਰ ਕਾ ਮਹਿਲ ਤਿਨੀ ਪਾਇਆ, ਜਿਨ ਹਉਮੈ ਵਿੱਚੋਂ ਮਾਰ। ਔਰ ਵਿੱਚ ਫਾਈਨਲ ਜਿਹੜਾ ਹੈਗਾ, ਆਪਣੀ ਜਿਹੜੀ ਹੈਗੀ ਆ ਡੈਸਟੀਨੇਸ਼ਨ ਕੀ ਹੈਗਾ? ਮਾਲਕ ਪਰਮਾਤਮਾ ਦੀ ਪ੍ਰਾਪਤੀ। ਅੰਦਰ ਜਿਹੜਾ ਹੈਗਾ ਉਹ ਤਾਂ ਮਿਲਣਾ ਹੈ ਜੇ ਆਪਣੀ ਹੋਂਦ, ਆਪਣੀ ਹਉਮੈ ਜਿਹੜੀ ਹੈਗੀ, ਆਪਣੀ ਇਹ ਹਉਮੈ ਚੁੱਕ ਜਾਏਗੀ। ਔਰ ਇਹ ਜਾਏਗੀ ਐਸੇ ਤਰੀਕੇ ਨਾਲ ਜਾਏਗੀ ਭਾਈ, ਇਹ ਵਿਚਾਰਾਂ ਦੀ ਹਉਮੈ ਹੁੰਦੀ ਹੈ। ਵਿਚਾਰ ਜਿਹੜੇ ਚਲੇ ਜਾਣਗੇ, ਵਿਚਾਰਾਂ 'ਤੇ ਕੰਟਰੋਲ ਆ ਜਾਏਗਾ ਇਨਸਾਨ ਦੇ ਉੱਤੇ, ਅਤੇ ਪਾਸਟ ਔਰ ਫਿਊਚਰ ਛੱਡ ਦੇਗਾ, ਪ੍ਰੈਜ਼ੈਂਟ ਦੇ ਵਿੱਚ ਟਿਕ ਜਾਏਗਾ। ਹਰ ਕਾ ਮਹਿਲ ਤੇ ਨਹੀਂ ਪਾਇਆ, ਜਿਨ ਹਉਮੈ ਵਿੱਚੋਂ ਮਾਰ। ਵਿਚਾਰ ਆਪਣੇ ਕੰਟਰੋਲ 'ਚ ਆ ਜਾਂਦੇ ਆ ਭਾਈ। ਨਾਨਕ ਗੁਰਮੁਖਿ ਮਿਲ ਰਹੇ, ਜਪ ਹਰ ਨਾਮਾ ਔਰ ਤਹਾਰ। ਕਹਿੰਦੇ ਗੁਰੂ ਦੇ ਰਾਹੀਂ, ਗੁਰੂ ਦੀ ਮੱਤ ਅਪਣਾ ਕੇ, ਪਰਮੇਸ਼ਰ ਦਾ ਨਾਮ ਜਪ ਕੇ, ਨਾਮ ਨੂੰ ਉਰ ਦੇ ਵਿੱਚ ਲੈ ਕੇ, ਹਿਰਦੇ ਦੇ ਵਿੱਚ ਲੈ ਕੇ, ਧਾਰ ਕੇ, ਇਸ ਤਰੀਕੇ ਦੇ ਨਾਲ ਇਨਸਾਨ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਸ਼ਲੋਕ ਮਹਲਾ ਤੀਜਾ। ਗੁਰਮੁਖਿ ਧਿਆਨ ਸਹਿਜ ਧੁਨ ਉਪਜੈ, ਸੱਚ ਨਾਮ ਚਿੱਤ ਲਾਇਆ। ਜਿਨ੍ਹਾਂ ਨੇ ਸੱਚ ਦੇ ਨਾਲ ਚਿੱਤ ਲਗਾ ਲਿਆ, ਸੱਚ ਹੈ ਉਹ ਮਾਲਕ ਪਰਮਾਤਮਾ। ਗੁਰੂ ਦੇ ਰਾਹੀਂ ਧਿਆਨ ਸਿਮਰਨ ਜਿਹੜੇ ਕਰਦੇ ਆ, ਉਹਨਾਂ ਦੇ ਅੰਦਰ ਧੁਨ ਪੈਦਾ ਹੋ ਜਾਂਦੀ ਹੈ। ਉਹ ਜਪਣਾ ਥੋੜ੍ਹਾ ਹੀ ਹੁੰਦਾ ਹੈ, ਉਸ ਤੋਂ ਬਾਅਦ ਆਟੋਮੈਟਿਕਲੀ ਧੁਨ ਅੰਦਰ ਪੈਦਾ ਹੋ ਜਾਂਦੀ, ਸਹਿਜ ਧੁਨ ਪੈਦਾ ਹੋ ਜਾਂਦੀ ਹੈ। ਸਹਿਜ ਦੇ ਵਿੱਚ ਆ ਜਾਂਦਾ ਇਨਸਾਨ। ਗੁਰਮੁਖਿ ਧਿਆਨ ਸਹਿਜ ਧੁਨ ਉਪਜੈ, ਸੱਚ ਨਾਮੇ ਚਿੱਤ ਲਾਇਆ। ਗੁਰਮੁਖੇ ਅਨਦਿਨ ਰਹੇ ਰੰਗ ਰਾਤਾ। ਫਿਰ ਜਿਹੜਾ ਹੈਗਾ ਉਹ ਅਨਦਿਨ ਰੰਗ ਦੇ ਵਿੱਚ ਰਤਿਆ ਜਾਂਦਾ ਹੈ ਭਾਈ, ਕਿਉਂਕਿ ਉਹਦੇ ਨਾਲ ਜਿਹੜਾ ਹੈਗਾ ਉਹਦੇ ਜੀਵਨ ਦੇ ਵਿੱਚ ਸੁੱਖ ਹੁੰਦਾ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਮਸਤ ਹੁੰਦਾ ਹੈ ਇੱਕ ਹਾਥੀ ਜਿਹੜਾ ਹੈਗਾ, ਕੋਈ ਫਿਕਰ ਨਹੀਂ ਹੈ, ਮਸਤ ਜਿਹੜਾ ਇਨਸਾਨ, ਖੁਸ਼ਹਾਲ ਬਿਲਕੁਲ। ਗੁਰਮੁਖੇ ਅਨਦਿਨ ਰਹੇ ਰੰਗ ਰਾਤਾ। ਪਰਮੇਸ਼ਰ ਦੇ ਰੰਗ ਦੇ ਵਿੱਚ ਰਤਿਆ ਰਹਿੰਦਾ ਹੈ। ਹਰ ਕਾ ਨਾਮ ਮਨੇ ਪਾਇਆ। ਨਾਮ ਮਨ ਦੇ ਵਿੱਚ ਪਾ ਜਾਂਦਾ ਹੈ ਭਾਈ। ਜਦ ਪ੍ਰਾਪਤੀ ਹੁੰਦੀ ਇਨਸਾਨ ਨੂੰ ਜਿਹੜਾ ਹੈਗਾ ਜੀਵਨ ਸੁਖੀ ਹੋ ਜਾਂਦਾ ਹੈ, ਸੁੱਖ ਆ ਜਾਂਦਾ ਹੈ, ਜਿਹਦੇ ਵਾਸਤੇ ਜਿਹੜਾ ਹੈਗਾ ਜਨਮਾਂ ਤੋਂ ਭਟਕ ਰਹੇ, ਫਿਰ ਕਿਉਂ ਨਹੀਂ ਪਾਏਗਾ ਭਾਈ। ਗੁਰਮੁਖੇ ਹਰ ਵੇਖੈ, ਗੁਰਮੁਖੇ ਹਰ ਬੋਲੈ, ਗੁਰਮੁਖੇ ਹਰ ਸਹਿਜ ਰੰਗ ਲਾਇਆ। ਦੇਖ ਲਓ ਭਾਈ, ਇਹ ਧਿਆਨ ਸਿਮਰਨ ਦੇ ਨਾਲ ਉਹ ਮਾਲਕ ਪਰਮਾਤਮਾ ਹਰ ਜਗ੍ਹਾ 'ਤੇ, ਹਰ ਇੱਕ ਦੇ ਅੰਦਰ ਮਾਲਕ ਪਰਮਾਤਮਾ ਨਜ਼ਰ ਆਉਂਦਾ ਹੈ। ਔਰ ਮਾਲਕ ਨੂੰ ਹੀ ਯਾਦ ਕਰਦੇ ਆ। ਗੁਰਮੁਖ ਸਿਸਟਮ ਕੀ ਹੈਗਾ, ਗੁਰੂ ਕੀ ਕਹਿ ਰਿਹਾ ਹੈ, ਗੁਰਬਾਣੀ ਕੀ ਕਹਿ ਰਹੀ ਹੈ। ਗੁਰਮੁਖੇ ਹਰ ਵੇਖੈ, ਗੁਰਮੁਖੇ ਹਰ ਬੋਲੈ, ਗੁਰਮੁਖੇ ਹਰ ਸਹਿਜ ਰੰਗ ਲਾਇਆ। ਸਹਿਜ ਦੇ ਵਿੱਚ ਪਰਮੇਸ਼ਰ ਦਾ ਰੰਗ ਚੜ ਜਾਂਦਾ ਹੈ ਭਾਈ। ਨਾਨਕ ਗੁਰਮੁਖੇ ਗਿਆਨ ਪ੍ਰਾਪਤ ਹੋਵੇ, ਤਿਮਰ ਅਗਿਆਨ ਅੰਧੇਰ ਚੁਕਾਇਆ। ਗੁਰੂ ਤੋਂ ਕਹਿੰਦੇ ਆ ਗਿਆਨ ਪ੍ਰਾਪਤ ਹੁੰਦਾ। ਗਿਆਨ ਕੀ ਹੈਗਾ? ਗਿਆਨ ਜਿਹੜਾ ਹੈਗਾ ਆਹੀ ਧਿਆਨ ਸਿਮਰਨ ਹੀ ਗਿਆਨ ਹੈਗਾ। ਔਰ ਤਿਮਰ ਕੀ ਹੈਗਾ? ਤਿਮਰ ਹੈਗਾ ਜੋ ਚੋਗਾ, ਜੋ ਰਸ-ਕਸ, ਜੋ ਪਦਾਰਥ, ਜੋ ਆਕਾਰ, ਜੋ ਆਪਣੇ ਸਰੀਰ, ਇਹ ਤਿਮਰ ਹੈਗਾ। ਤਿਮਰ ਕਹਿੰਦੇ ਹਨੇਰਾ, ਅਗਿਆਨਤਾ ਦਾ ਹਨੇਰਾ। ਨਾਨਕ ਗੁਰਮੁਖੇ ਗਿਆਨ ਪ੍ਰਾਪਤ ਹੋਵੇ, ਤਿਮਰ ਅਗਿਆਨ ਅੰਧੇਰ ਚੁਕਾਇਆ। ਇਹ ਅੰਧੇਰਾ ਚੁੱਕ ਜਾਂਦਾ ਹੈ, ਅਗਿਆਨਤਾ ਦਾ ਅੰਧੇਰਾ। ਜਿਸਨੂੰ ਕਰਮ ਹੋਵੇ ਤੁਰ ਪੂਰਾ, ਤਿਨੇ ਗੁਰਮੁਖੇ ਹਰ ਨਾਮ ਧਿਆਇਆ। ਦੇਖ ਲਓ ਜੀ, ਸਭ ਤੋਂ ਵੱਡੀ ਕਹਿੰਦੇ ਮਾਲਕ ਪਰਮਾਤਮਾ ਤੇ ਬਖਸ਼ਿਸ਼ ਜਿਹੜੀ ਹੈਗੀ, ਸਮਝ ਲਓ ਜਿਹੜਾ ਧਿਆਨ ਸਿਮਰਨ ਕਰ ਰਿਹਾ ਹੈ ਭਾਈ, ਗੁਰੂ ਦੇ ਅਨੁਸਾਰ ਆਪਣੇ ਵਿਚਾਰਾਂ ਨੂੰ ਕਾਬੂ ਕਰ ਰਿਹਾ ਆ, ਤੇ ਭਾਈ ਪੂਰੀ ਬਖਸ਼ਿਸ਼ ਹੈ ਉਸ ਦੇ ਉੱਤੇ। ਇਹਨੂੰ ਕਹਿੰਦੇ ਆ ਨਾਮ ਨੂੰ ਧਿਆਉਣਾ। ਨਾਮ ਤਾਂ ਪ੍ਰਗਟ ਹੋ ਜਾਣਾ ਜਦ ਵਿਚਾਰ ਬੰਦ ਹੋ ਗਏ ਭਾਈ। ਨਾਮ ਸੁੰਨ ਦੇ ਵਿੱਚ ਚਲਾ ਗਿਆ, ਸੁੰਨ ਮੰਡਲ ਦੇ ਵਿੱਚ, ਤੇ ਨਾਮ ਤਾਂ ਪ੍ਰਗਟ ਹੋ ਜਾਣਾ। ਜਿਸਨੂੰ ਕਰਮ ਹੋਵੇ ਤੁਰ ਪੂਰਾ, ਤਿਨੇ
ਗੁਰਮੁਖ ਹੈ ਹਰ ਨਾਮ ਧਿਆਇਆ। ਤਿੰਨੇ ਹੁਣ ਤਿੰਨ ਵੀ ਪੜ੍ਹ ਸਕਦੇ ਹਾਂ, ਗੁਰਮੁਖ ਵੀ ਪੜ੍ਹ ਸਕਦੇ ਹਾਂ ਆਪਾਂ, ਕਿਉਂਕਿ ਹਰ ਤਾਂ ਪੜ੍ਹ ਹੀ ਰਹੇ ਹਾਂ। ਬਸ ਉਸ ਨੇ ਗੁਰੂ ਦੇ ਰਾਹੀਂ ਹਰ ਨਾਮ ਧਿਆਇਆ, ਨਾਮ ਨੂੰ ਧਿਆਉਣਾ ਕੀਤਾ। ਮਹੱਲਾ ਤੀਜਾ, ਸਤਿਗੁਰ ਜਿਨ੍ਹਾਂ ਨਾ ਸੇਵਿਓ ਸ਼ਬਦੇ ਨਾ ਲੱਗੋ ਪਿਆਰ। ਕਹਿੰਦੇ ਜਿਨ੍ਹਾਂ ਨੇ ਹੁਣ ਜਿਹੜਾ ਹੈਗਾ ਨਹੀਂ ਇਹ ਕੰਮ ਕੀਤਾ, ਨਹੀਂ ਗੁਰੂ ਦੀ ਮੱਤ ਲਈ, ਨਹੀਂ ਗੁਰੂ ਦੀ ਮੱਤ ਅਪਣਾਈ, ਨਹੀਂ ਗੁਣ ਲਏ, ਨਹੀਂ ਧਿਆਨ ਸਿਮਰਨ, ਨਹੀਂ ਭਗਤੀ ਮਾਰਗ ਤੇ ਚੱਲੇ, ਤੇ ਪਿਆਰ ਨਹੀਂ ਪੈਦਾ ਹੋਏਗਾ ਉਹਨਾਂ ਨੂੰ, ਸ਼ਬਦ ਦੇ ਨਾਲ ਪਿਆਰ ਨਹੀਂ ਪੈਦਾ ਹੋਏਗਾ। ਸਹਿਜੇ ਨਾਮ ਨਾ ਧਿਆਇਆ, ਨਾਮ ਦੇ ਵਾਸਤੇ ਜਿਹੜਾ ਹੈਗਾ ਉਹ ਨਹੀਂ ਜਿਹੜੇ ਹੈਗੇ ਗਤੀ ਕਰਨਗੇ, ਨਾਮ ਦੇ ਵਾਸਤੇ ਜਿਹੜਾ ਹੈਗਾ ਨਹੀਂ ਬੈਠਣਗੇ ਭਾਈ, ਅੰਦਰ ਨਾਮ ਜਿਹੜਾ ਹੈਗਾ ਉਹਨੂੰ ਨਹੀਂ ਪ੍ਰਗਟ ਕਰਨ, ਉਹਦੇ ਵਾਸਤੇ ਉਪਰਾਲਾ ਕਰਨਗੇ। ਸਹਿਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ। ਫਿਰ ਕਹਿੰਦੇ ਦੱਸੋ ਭਾਈ ਤੂੰ ਦੱਸ ਕਾਹਦੇ ਵਾਸਤੇ ਆਇਆ, ਕੀ ਲੈ ਕੇ ਜਾ ਰਿਹਾ ਹੈ, ਹੁਣ ਕਿਹੜੇ ਕੰਮ ਆਇਆ ਸੀਗਾ, ਕਿਹੜੀ ਚੀਜ਼ ਤੇਰੇ ਕੋਲ ਹੈਗੀ, ਤੂੰ ਦੱਸ ਤੇਰੇ ਕੋਲ ਪ੍ਰਾਪਤ ਕੀ ਹੋਇਆ। ਤੂੰ ਦੁਨੀਆ ਦੇ ਵਿੱਚ ਆਇਆ 60 70 80 90 ਸਾਲ ਜੀ ਲਿਆ, 100 ਸਾਲ ਜੀ ਲਿਆ, ਤੇ ਕੀ ਲੈ ਕੇ ਜਾ ਰਿਹਾ ਹੈ ਇਹ ਤਾਂ ਦੱਸ ਭਾਈ। ਕੋਈ ਦਿਖਾ ਤਾਂ ਸਹੀ ਕੋਈ ਚੀਜ਼ ਜਿਹੜੀ ਤੂੰ ਲੈ ਕੇ ਜਾ ਰਿਹਾ ਦੁਨੀਆ ਦੇ ਵਿੱਚ ਆ ਕੇ। ਇੰਨਾ ਸਮਾਂ ਬਰਬਾਦ ਕੀਤਾ, ਇੰਨਾ ਸਮਾਂ ਤੈਨੂੰ ਦਿੱਤਾ ਸੀਗਾ। ਮਹੱਲਾ ਤੀਜਾ, ਸਤਿਗੁਰ ਜਿਨ੍ਹਾਂ ਨਾ ਸੇਵਿਓ ਸ਼ਬਦ ਨਾ ਲੱਗੋ ਪਿਆਰ, ਸਹਿਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ। ਕਾਹਦੇ ਵਾਸਤੇ ਆਇਆ ਭਾਈ, ਨਾ ਹੀ ਆਉਂਦਾ ਤਾਂ ਵੀ ਠੀਕ ਸੀਗਾ। ਫਿਰ ਜੂਨੀ ਭਾਈ ਆਹ ਚੀਜ਼ ਪ੍ਰਾਪਤ ਕਰ ਲਈ ਤੂੰ, ਜਿਹੜੇ ਹੈਗੇ ਇੱਥੇ ਆ ਕੇ ਨੈਗੇਟਿਵਿਟੀ ਹੋਰ ਲੈ ਲਈ, ਕਾਰਨ ਸ਼ੀਰ ਹੋਰ ਵਧਾ ਲਿਆ ਤੂੰ, ਜੂਨਾਂ ਜਿਹੜੀਆਂ ਹੈਗੀਆਂ ਹੋਰ ਜਿਹੜਾ ਹੈਗਾ ਚੱਲੂਗਾ ਹੁਣ ਕੰਮ। ਫਿਰ ਜੂਨੀ ਪਾਈ ਹੈ ਵਿਸ਼ਟਾ ਸਦਾ ਖੁਆਰ। ਇਹ ਵਿਸ਼ਟਾ ਮਾਇਆ, ਇਹ ਭੋਗ ਵਿਲਾਸ, ਇਹ ਪਦਾਰਥ, ਇਹ ਸੰਸਾਰ, ਇਹ ਕਾਰ, ਕਹਿੰਦੇ ਖੁਆਰ ਹੀ ਹੋਇਆ ਇਹਦੇ ਨਾਲ, ਵਿਸ਼ਟਾ ਦੇ ਨਾਲ। ਕੂੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ। ਕਹਿੰਦੇ ਲਾਲਚ ਹੈ ਕੂੜ ਦੇ ਨਾਲ, ਕੂੜ ਕਹਿ ਰਹੇ ਇਹਨੂੰ, ਵਿਸ਼ਟਾ ਵੀ ਕਹਿ ਰਹੇ, ਕੂੜ ਵੀ ਕਹਿ ਰਹੇ। ਕੂੜੇ ਲਾਲਚ ਲੱਗਿਆ, ਨਾਲੇ ਕੂੜ ਵੀ ਹੈਗਾ, ਨਾਲੇ ਝੂਠੀ ਵੀ ਹੈਗੀ ਹੈ, ਇਹ ਫੈਬਰੀਕੇਟਡ ਹੈਗੀ ਹੈ। ਕੂੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ। ਕਹਿੰਦੇ ਦੱਸ ਨਾ ਉਰਵਾਰ ਨਾ ਪਾਰ ਕੀ ਹੁੰਦਾ ਹੈ, ਉਰਵਾਰ ਕੀ ਹੈਗਾ ਤੇ ਪਾਰ ਕੀ ਹੈਗਾ। ਕਿਉਂਕਿ ਬਾਣੀ ਦੇ ਵਿੱਚ ਉਰਵਾਰ ਪਾਰ ਬਹੁਤ ਵਾਰੀ ਆਉਂਦਾ, ਇਹਨੂੰ ਆਪਾਂ ਨੇ ਨਹੀਂ ਵਿਚਾਰਿਆ। ਪਾਰ ਹੈਗਾ ਭਾਈ ਇਹ ਸੰਸਾਰ ਸਮੁੰਦਰ, ਇਹ ਗੇਮ ਨੂੰ ਜਿੱਤ ਜਾਣਾ। ਉਹ ਵਿਰਲੇ ਟਾਵੇਂ ਜਿਹੜੇ ਬ੍ਰਹਮ ਗਿਆਨੀ ਜਿਹੜੇ ਹੈਗੇ ਜਿੱਤਦੇ ਹੈਗੇ, ਉਹ ਪਾਰਲੇ ਬੰਨੇ ਚਲੇ ਜਾਂਦੇ, ਬਾਹਰ ਬ੍ਰਹਮ ਹੈ ਪਰਲੇ ਬੰਨੇ। ਤੇ ਉਰਵਾਰ ਕੀ ਹੋਇਆ, ਉਰਵਾਰ ਹੋਇਆ ਆ ਹੁਣ ਆਪਾਂ ਉਰਵਾਰ ਜਿਹੜਾ ਮਨੁੱਖਾ ਸਰੀਰ ਮਿਲੀ ਹੋਈ ਆ ਆਪਾਂ ਨੂੰ, ਆ ਉਰਵਾਰ ਹੈਗਾ। ਮਨੁੱਖਾ ਸਰੀਰ ਮਿਲਿਆ ਉਰਵਾਰ ਹੈਗਾ। ਤੇ ਜੇ ਪਾਰ ਚਲੇ ਗਏ ਤੇ ਪਾਰ ਹੈਗਾ, ਨਹੀਂ ਤਾਂ ਫਿਰ ਜਿਹੜਾ ਹੈਗਾ ਆ ਸਰੀਰ ਵੀ ਨਹੀਂ ਮਿਲਣਾ ਭਾਈ, ਉਰਵਾਰ ਵੀ ਨਹੀਂ ਰਹਿਣਾ ਆਪਣੇ ਕੋਲ। ਕੂੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ। ਦੇਖੋ ਉਰਵਾਰ ਦੇ ਰਾਰੇ ਨੂੰ ਔਂਕੜ ਲੱਗੀ ਹੈ, ਪਾਰ ਨੂੰ ਔਂਕੜ ਲੱਗੀ ਹੈ। ਫਿਰ ਕਿੱਥੇ ਜਾਵਾਂਗੇ ਅਸੀਂ? ਬਸ ਕਹਿੰਦੇ ਵਿਚਾਲੇ 84 ਲੱਖ ਜੂਨਾਂ ਪਈਆਂ ਪਿਆਰੇ। ਓਹੋ ਕੂੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ। ਇਹ ਉਰਵਾਰ ਵਰਡ ਨਾ ਅੱਜ ਐਸੇ ਟਾਈਮ ਖੁੱਲਿਆ ਹੈ ਜੀ, ਐਸੇ ਟਾਈਮ ਖੁੱਲਿਆ। ਕੂੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ, ਨਾਨਕ ਗੁਰਮੁਖੇ ਉਬਰੇ ਜੇ ਆਪ ਮੇਲੇ ਕਰਤਾਰ। ਕਹਿੰਦੇ ਗੁਰੂ ਦੇ ਰਾਹੀਂ ਪਾਏ, ਗੁਰੂ ਦੇ ਰਾਹੀਂ ਉਹੀ ਉੱਭਰ ਸਕਦੇ ਆ ਜਿਨ੍ਹਾਂ ਨੇ ਡਿਮਾਂਡ ਕਰ ਲਈ ਮਾਲਕ ਪਰਮਾਤਮਾ ਦੇ ਅੱਗੇ। ਇਹ ਭਗਤੀ ਮਾਰਗ ਤੇ ਚੱਲਣ ਦੀ ਜਿਨ੍ਹਾਂ ਨੇ ਪੁਕਾਰ ਕੀਤੀ, ਮਾਲਕਾ ਮੈਂ ਤੈਨੂੰ ਚਾਹੁੰਦਾ ਹੈ, ਮੈਂ ਤੇਰੇ ਨੇੜੇ ਆਉਣਾ ਚਾਹੁੰਦਾ ਹੈ, ਮੈਂ ਪਾਰ ਜਾਣਾ ਚਾਹੁੰਦਾ ਹੈ। ਨਾਨਕ ਗੁਰਮੁਖੇ ਉਬਰੇ ਜੇ ਆਪ ਮੇਲੇ ਕਰਤਾਰ। ਉਬਰੇ ਕੀ ਆ? ਪਾਰ ਚਲੇ ਗਏ। ਨਾਨਕ ਗੁਰਮੁਖੇ ਉਬਰੇ ਜੇ ਆਪ ਮੇਲੇ ਕਰਤਾਰ। ਭਾਜੀ ਹਾਂਜੀ, ਉਰਵਾਰ ਦਾ ਮਤਲਬ ਇਹ ਕਹਿ ਸਕਦੇ ਹਾਂ ਕਿ ਜੇ ਆਪਾਂ 84 ਲੱਖ ਜੂਨਾਂ ਤੋਂ ਮਤਲਬ ਮਨੁੱਖਾ ਜੀਵਨ ਮਿਲਿਆ ਪਾਰ ਕਰਨ ਲਈ, ਹਾਂ,
ਤੇ ਜੇ ਨਹੀਂ ਮਤਲਬ ਅਸੀਂ ਇਹ ਮਤਲਬ ਚਾਂਸ ਗਵਾ ਲਿਆ ਤਾਂ ਕੀ ਪਤਾ ਫੇਰ ਮੁੜ ਕੇ 1 ਜੂਨ ਤੋਂ ਸ਼ੁਰੂ ਹੋਣਾ। ਉਹ ਪਤਾ ਨਹੀਂ ਉਹਦਾ ਆਪਾਂ ਨੂੰ ਆਪਣੀ, ਕਿਉਂਕਿ ਆਪਾਂ ਜਿਹੜੇ ਹੈਗੇ ਉਹ ਤਾਂ ਭਾਈ ਉਹ ਹੀ ਜਾਣਦੇ ਆ ਭਾਈ। ਧਰਮਰਾਜ ਜਿਹੜਾ ਹੈਗਾ ਜਿਹਨੇ ਕੈਲਕੂਲੇਟ ਕਰਨਾ ਹੈ, ਆਪਣਾ ਤਾਂ ਲੇਖਾ ਹੀ ਬਹੁਤ ਹੈਗਾ। ਤੇ ਆਹ ਗੱਲ ਹੈਗੀ, ਬਿਲਕੁਲ ਹੈਗੀ। ਕਿੱਥੇ ਕਿਹੜੀ ਜੂਨ ਤੇ ਕਿੱਥੇ ਫਿਰ ਕਿੰਨਾ ਫੇਰ ਹੋਰ ਜਿਹੜਾ ਗਤੀ ਕਰਨੀ ਪਊਗੀ ਉਹ ਆਪਾਂ ਨੂੰ ਨਹੀਂ ਪਤਾ ਭਾਈ। ਉਹ ਤਾਂ ਹਰ ਇੱਕ ਇੰਡੀਵਿਜੂਅਲ ਹੈਗਾ, ਆਪਣੀ ਆਪਣੀ ਜਿਹੜਾ ਕਾਰਨਸ਼ੀਲ ਹੈਗਾ, ਆਪਣਾ ਆਪਣਾ ਲੇਖਾ ਹੈਗਾ। ਬਸ ਆਹੀ ਹੈਗਾ ਲੇਖਾ। ਕੀ ਹੈਗਾ ਲੇਖਾ? ਹੈਗਾ ਉਹਨਾਂ ਨੇ ਕੈਲਕੂਲੇਟ ਕਰਨਾ ਹੈ ਭਾਈ। ਆਪਾਂ ਨੂੰ ਮਨੁੱਖਾ ਸਰੀਰ ਇੰਨੀ ਸੋਹਣਾ, ਸਭ ਤੋਂ ਉੱਪਰਲੀ ਸਿਖਰਲਾ ਡੰਡੇ 'ਤੇ ਬਿਠਾਇਆ ਸੀ, ਆਪਾਂ ਨੂੰ ਦਿੱਤਾ ਸੀਗਾ। ਅਤੇ ਬਸ ਭਾਈ ਹੁਣ ਦੱਸੋ ਬਈ, ਹੁਣ ਆਪਾਂ ਫਿਸਲ ਗਏ ਅਤੇ ਫਿਰ ਕਿੱਥੇ ਜਾ ਕੇ ਰੁਕਣਾ ਹੈ ਆਪਾਂ ਨੇ? ਉਹ ਉਹਨਾਂ ਦੀ ਕੈਲਕੂਲੇਸ਼ਨ ਹੈਗੀ, ਉਹ ਲੇਖਾ ਹੈਗਾ। ਲੇਖਾ ਕੋਈ ਆਪਾਂ ਨੂੰ ਇਹ ਥੋੜ੍ਹੀ ਨਾ ਵੀ ਆਪਾਂ ਨੂੰ ਜਾ ਕੇ ਵੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਬਈ ਫੜ ਕੇ ਜਿਹੜਾ ਹੈਗਾ ਉਹ ਬਸ ਆਹੀ ਲੇਖਾ ਹੈ ਬਈ। ਫਿਰ ਵਾਪਸ ਜਿਹੜਾ ਹੈਗਾ ਚੱਲ ਪਿਆ, ਸਾਈਕਲ ਸ਼ੁਰੂ ਹੋ ਗਿਆ। ਪੌੜੀ ਭਗਤ ਸੱਚੇ ਦਰ ਸੋਹੰਦੇ, ਸੱਚੇ ਸ਼ਬਦ ਰਹਾਏ। ਕਹਿੰਦੇ ਭਗਤ ਜਿਹੜੇ ਹੈਗੇ ਉਹ ਤਾਂ ਮਾਲਕ ਦੇ ਦਰ 'ਤੇ ਪਹੁੰਚ ਜਾਂਦੇ ਆ ਭਾਈ, ਸੋਭਾ ਪਾਉਂਦੇ ਆ। ਸੱਚੇ ਸ਼ਬਦ ਦੇ ਨਾਲ ਜਿਹੜੇ ਹੈਗੇ ਆ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ, ਟਿਕ ਜਾਂਦੇ ਆ। ਰਹਾਏ ਦਾ ਕੀ ਮਤਲਬ? ਬਈ ਰੁਕ ਗਏ, ਜਿਨ੍ਹਾਂ ਦੇ ਵਿਚਾਰ ਰੁਕ ਗਏ। ਰਹਾਏ ਦਾ ਮਤਲਬ ਆ ਧੀਰਜ। ਭਗਤ ਸੱਚੇ ਦਰ ਸੋਹੰਦੇ, ਸੱਚੇ ਸ਼ਬਦ ਰਹਾਏ। ਹਰ ਕੀ ਪ੍ਰੀਤ ਤਿਨ ਉਪਜੀ, ਹਰ ਪ੍ਰੇਮ ਕਸਾਏ। ਪ੍ਰੀਤ ਪੈਦਾ ਹੁੰਦੀ ਹੈ, ਦੇਖੋ ਪਰਮਾਤਮਾ ਦੀ ਪ੍ਰੀਤ ਪੈਦਾ ਹੋਣੀ ਹੈ। ਇਹ ਬਾਣੀ ਜਿਹੜੀ ਬ੍ਰਹਮ ਬਾਣੀ ਜਿਹੜੀ ਹੈਗੀ, ਗੁਰਬਾਣੀ ਜਿਹੜੀ ਹੈਗੀ, ਇਹਦਾ ਮਕਸਦ ਹੀ ਹੈਗਾ ਮਾਲਕ ਦੇ ਨਾਲ ਪਿਆਰ ਪਾਉਣਾ। ਹਰ ਕੀ ਪ੍ਰੀਤ ਤਿੰਨ ਉਪਜੀ, ਉਹਨਾਂ ਨੂੰ ਪੈਦਾ ਹੁੰਦੀ ਆ। ਹਰ ਪ੍ਰੇਮ ਕਸਾਏ, ਕਿਹੜੇ? ਭਗਤ ਸੱਚੇ ਦਰ ਸੋਹੰਦੇ, ਸੱਚੇ ਸ਼ਬਦ ਰਹਾਏ। ਹਰ ਕੀ ਪ੍ਰੀਤ ਤਿੰਨ, ਕਿਵੇਂ ਉੱਥੇ ਪਹੁੰਚ ਗਏ ਦਰ 'ਤੇ? ਕਿਵੇਂ? ਸੱਚੇ ਸ਼ਬਦ ਦੇ ਨਾਲ ਜਿਹੜੇ ਹੈਗੇ ਰਹਾਏ ਹੋ ਗਏ। ਕਹਿੰਦੇ ਪਰਮਾਤਮਾ ਦੀ ਪ੍ਰੀਤ ਪੈਦਾ ਹੋ ਗਈ। ਹਰ ਪ੍ਰੇਮ ਕਸਾਏ, ਪ੍ਰੇਮ ਕਸਾਏ ਕੀ ਹੈ? ਬਹੁਤ ਤੀਵਰ ਪ੍ਰੇਮ ਪੈਦਾ ਹੋ ਗਿਆ। ਹਰ ਪ੍ਰੇਮ ਕਸਾਏ, ਬਿਲਮ ਕਸਾਈ ਲਿਖਿਆ ਕਿ ਜਾਂ ਬਿਲਮ ਜਿਹੜੀ ਹੈ ਬਿੱਲੀ, ਜਿਵੇਂ ਚੂਹੇ ਨੂੰ ਦੇਖ ਕੇ ਜਿਹੜੀ ਹੈ ਬਿੱਲੀ ਨੂੰ ਕਿਵੇਂ ਜਿਹੜੀ ਖਿੱਚ ਪੈਦਾ ਹੋ ਜਾਂਦੀ। ਹਰ ਰੰਗ ਰਹੇ ਸਦਾ ਰੰਗ ਰਾਤੇ, ਰਸਨਾ ਹਰ ਰਸ ਪਿਆਏ। ਪਰਮੇਸ਼ਰ ਦੇ ਰੰਗ ਦੇ ਵਿੱਚ ਹਮੇਸ਼ਾ ਹੀ ਰਤੇ ਰਹਿੰਦੇ ਆ, ਔਰ ਉਹਨਾਂ ਦੀ ਰਸਨਾ, ਉਹ ਰਸ ਅੰਮ੍ਰਿਤ ਪੀਂਦੀ ਹੈ। ਸਫਲ ਜਨਮ ਜਿਨੀ ਗੁਰਮੁਖੇ ਜਾਤਾ, ਹਰ ਜਿਉ ਹਿਰਦੈ ਵਸਾਏ। ਉਹਨਾਂ ਦਾ ਜਨਮ ਸਫਲ ਹੈ ਪਾਏ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੂੰ ਜਾਣ ਲਿਆ। ਉਹ ਮਾਲਕ ਪਰਮਾਤਮਾ ਉਹਨਾਂ ਦੇ ਹਿਰਦੇ 'ਚ ਵਸ ਗਿਆ। ਬਾਜ ਗੁਰੂ ਫਿਰੈ ਬਿਲ ਲਾਂਦੀ, ਦੂਜੇ ਭਾਏ ਖੁਆਏ। ਗੁਰੂ ਤੋਂ ਬਗੈਰ, ਇਹ ਗਿਆਨ ਤੋਂ ਬਗੈਰ ਦੇਖ ਲਓ ਸ੍ਰਿਸ਼ਟੀ ਜਿਹੜੀ ਲੁਕਾਈ ਜਿਹੜੀ ਹੈਗੀ ਕਿਸ ਤਰ੍ਹਾਂ ਬਿਲਕਦੀ ਫਿਰਦੀ ਹੈ। ਦੂਜੇ ਪਾਏ ਕਿਵੇਂ ਜਿਹੜਾ ਹੈਗਾ ਆਪਣਾ ਜੀਵਨ ਜਿਹੜਾ ਹੈਗਾ ਖੁਆਰ ਕਰ ਰਹੇ, ਖੁਸਾ ਰਹੇ ਆ ਮਨੁੱਖੀ ਜੀਵਨ। ਸ੍ਰਿਸ਼ਟੀ ਜਿਹੜੀ ਹੈਗੀ ਲੁਕਾਈ ਜਿਹੜੀ ਹੈਗੀ। ਬਾਜ ਗੁਰੂ ਫਿਰੈ ਬਿਲ ਲਾਂਦੀ, ਦੂਜੇ ਪਾਏ ਖੁਆਏ। श्लोक महला तीजा। कलयुग में नाम निधान, भगती खटिया, हर उत्तम पद पाया। कलयुग ਦੇ ਵਿੱਚ ਆ ਕੇ ਨਾਮ ਦਾ ਖਜ਼ਾਨਾ ਜਿਹੜਾ ਹੈਗਾ ਉਹਨਾਂ ਨੇ ਖੱਟੀ ਕਰ ਲਈ ਭਾਈ। ਖੱਟੀ ਕਰਨੀ ਮਤਲਬ ਸੌਦਾ ਕਰ ਲਿਆ ਉਹਨਾਂ ਨੇ, ਖੱਟ ਲਿਆ। ਸਵਾਸਾਂ ਦੇ ਬਦਲੇ ਪਹੁੰਚ ਗਏ ਨਾਮ ਤੱਕ। ਇਸ ਪਾਸੇ ਲਾਏ ਉਹਨਾਂ ਨੇ ਸਵਾਸ, ਗੁਰੂ ਦੀ ਮੱਤ ਲੈ ਕੇ ਆਪਣਾ ਲਈ। ਕਲਯੁਗ ਮੈਂ ਨਾਮ ਨਿਦਾਨ, ਭਗਤੀ ਖੱਟਿਆ। ਭਗਤਾਂ ਨੇ ਖੱਟ ਲਿਆ ਔਰ ਉੱਤਮ ਪਦਵੀ ਪਾ ਲਈ ਪਾਏ। ਨਿਕਲ ਗਏ ਪਾਰ ਹੋ ਗਏ ਇਸ ਬ੍ਰਹਮ ਤੋਂ, ਇਸ ਸੰਸਾਰ ਸਮੁੰਦਰ ਤੋਂ। ਮਾਲਕ ਦੇ ਨਾਲ ਇਕਮਿਕ ਹੋ ਗਏ, ਸਰੀਰ ਦੀ ਕੈਦ ਚੋਂ ਬਾਹਰ ਹੋ ਗਏ। ਕਲਯੁਗ ਮੈਂ ਨਾਮ ਨਿਦਾਨ, ਭਗਤੀ ਖੱਟਿਆ, ਹਰ ਉੱਤਮ ਪਦ ਪਾਇਆ। ਕਿਵੇਂ ਪਾਇਆ? ਕੀ ਕੀਤਾ? ਸਤਿਗੁਰ ਸੇਵ ਹਰ ਨਾਮ ਮਨੇ ਵਸਾਇਆ। ਲਓ ਦੇਖ ਲਓ, ਆ ਗਈ ਕਾਰਵਾਈ, ਉੱਥੇ ਹੀ ਆਈ। ਉਹੀ ਸੇਵਾ ਆ ਗਈ ਵਾਪਸ। ਸਤਿਗੁਰੂ ਦੇ ਤੋਂ ਮੱਤ ਲਈ, ਸਤਿਗੁਰੂ ਦੀ, ਉਹਨੂੰ ਅਪਣਾ ਲਿਆ।
ਉਹਦੇ ਅਨੁਸਾਰ ਉਹ ਗੁਣ ਲੈ ਲਏ, ਰੀਬਿਲਡ ਕਰ ਲਿਆ ਪਰਮਾਤਮਾ ਦੇ ਗੁਣ ਜਿਹੜੇ ਹੈਗੇ, ਤਾਂ ਆਪਣੇ ਅੰਦਰ ਅਵਗੁਣ ਛੱਡੇ, ਗੁਣ ਲੈ ਲਏ, ਤਾਂ ਨਾਮ ਮਨ ਦੇ ਵਿੱਚ ਵਸ ਗਿਆ। ਅਨਦਿਨ ਨਾਮ ਤੇ ਆਇਆ, ਕਿਵੇਂ ਵਸ ਗਿਆ? ਆ ਧਿਆਨ ਆ ਗਿਆ। ਕਾਰਵਾਈ ਤਾਂ ਉਹੀ ਹੈ, ਹੋਰ ਤਾਂ ਕੁਛ ਹੈ ਹੀ ਨਹੀਂ ਹੈ। ਵਿਚਾਰਾਂ ਨੂੰ ਬੰਦ ਕਰਨਾ, ਆਹੀ ਕਾਰਵਾਈ ਹੈਗੀ ਭਾਈ, ਇਹੀ ਧਿਆਨ ਸਿਮਰਨ ਹੈਗਾ। ਸਤਿਗੁਰ ਸੇਵ ਹਰ ਨਾਮ ਮਨੇ ਵਸਾਇਆ, ਅੰਦਿਨ ਨਾਮ ਤੇ ਆਇਆ, ਵਿੱਚੇ ਗ੍ਰਹਿ ਗੁਰ ਬਚਨੇ ਉਦਾਸੀ। ਲਓ ਦੇਖ ਲਓ, ਕਿਤੇ ਜਾਣ ਦੀ ਲੋੜ ਨਹੀਂ ਹੈ, ਕੋਈ ਘਰ ਗ੍ਰਸਤੀ ਨਹੀਂ ਹੈ, ਬੱਚਿਆਂ ਦੇ ਨਾਲ, ਟੱਬਰ ਦੇ ਨਾਲ ਹੱਸਦੇ ਖੇਡਦੇ, ਹੱਸਣਦਿਆਂ ਖਿਲੰਦਿਆਂ, ਪਹਿਨਣਦਿਆਂ ਖਵੰਦਿਆਂ, ਵਿੱਚੇ ਹੋਵੇ ਮੁਕਤ। ਨਾਨਕ ਸਤਿਗੁਰ ਭੇਟੀਏ, ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲੰਦਿਆਂ, ਪਹਿਨਣਦਿਆਂ ਖਵੰਦਿਆਂ, ਵਿੱਚੇ ਹੋਵੇ ਮੁਕਤ। ਆਇਆ ਭਾਈ ਗੁਰਬਾਣੀ, ਵਿੱਚੇ ਗ੍ਰਹਿ ਗੁਰ ਬਚਨੇ ਉਦਾਸੀ, ਗੁਰੂ ਦੇ ਬਚਨਾਂ ਦੇ ਨਾਲ ਉਦਾਸੀ। ਹਉਮੈ ਮੋਹ ਜਲਾਇਆ, ਹਉਮੈ ਤੇ ਮੋਹ ਜਿਹੜਾ ਹੈਗਾ ਸੜ ਜਾਂਦਾ ਹੈ ਭਾਈ। ਆਹੀ ਕਾਰਵਾਈ ਹੈਗੀ ਹੈ। ਦੇਖੋ, ਮੋਹ ਸੜ ਗਿਆ ਤੇ ਹਉਮੈ ਗਈ। ਇਹ ਮੋਹ ਹੀ ਤਾਂ ਹੈਗਾ ਜਿਹੜਾ, ਜਿਹਦੇ ਨਾਲ ਹਉਮੈ ਆਪਣੀ ਰਹਿੰਦੀ ਹੈ। ਮੋਹ ਖਤਮ ਹੋ ਗਿਆ ਤੇ ਹਉਮੈ ਗਈ। ਵਿੱਚੇ ਗ੍ਰਹਿ ਗੁਰ ਬਚਨੇ ਉਦਾਸੀ, ਹਉਮੈ ਮੋਹ ਜਲਾਇਆ। ਆਪ ਤਰਿਆ ਕੁੱਲ ਜਗਤ ਤਰਾਇਆ, ਧਨ ਜਣੇ ਦੀ ਮਾਇਆ। ਦੇਖ ਲਓ ਭਾਈ, ਆਪ ਤਰ ਗਿਆ ਤੇ ਸੰਸਾਰ ਵੀ ਉਹਦੇ ਮਗਰ ਤਰ ਜਾਂਦਾ ਹੈ ਭਾਈ। ਉਹਦੇ ਜਿਹੜੇ ਹੈਗੇ ਆ, ਜਿਹੜਾ ਵੀ ਉਹਦੇ ਨਾਲ ਲੱਗਦਾ ਹੈ, ਜਿਹੜਾ ਵੀ ਉਹਦੇ ਅਨੁਸਾਰ ਜਿਹੜਾ ਹੈਗਾ ਉਹਦੇ ਜੀਵਨ ਨੂੰ ਅਪਣਾਉਂਦਾ ਹੈ, ਜਿਹੜਾ ਉਹਦੀ ਗੱਲ, ਉਹਦੀ ਮੱਤ ਲੈਂਦਾ ਹੈ, ਕਹਿੰਦੇ ਉਹ ਤਾਂ ਭਾਈ ਆਪ ਤਾਂ ਤਰ ਗਿਆ, ਦੂਜੇ ਨੂੰ ਤਰਾ ਦਿੰਦਾ ਹੈ। ਧੰਨਿਆ ਉਹਦੀ ਮਾਂ ਜਿਹਨੇ ਉਹਨੂੰ ਪੈਦਾ ਕੀਤਾ ਹੈ, ਧਨ ਜਣੇ ਦੀ ਮਾਇਆ। ਔਰ ਵੈਸੇ ਦੇਖਿਆ ਜਾਏ ਤੇ ਮਾਂ ਆਪਣੀ ਜਿਹੜੀ ਹੈਗੀ ਗੁਰੂ ਹੈਗੇ, ਆ ਬ੍ਰਹਮ ਗਿਆਨ, ਆ ਗੁਰੂ ਦੀ ਮੱਤ ਜਿਹੜੀ ਹੈਗੀ, ਇਹ ਆਪਣੀ ਮਾਂ ਹੈਗੀ। ਇਹਨੇ ਦੁਬਾਰਾ ਆਪਣਾ ਜਨਮ ਹੋਇਆ ਗੁਰੂ ਘਰ ਦੇ ਵਿੱਚ, ਪਰ ਉਹ ਵੀ ਮਾਂ ਜਿਹੜੀ ਤਾਨਿਆ ਪਾਏ, ਜਿਹਦੀ ਕੁੱਖ ਤੋਂ ਜਿਹੜਾ ਹੈਗਾ ਐਸਾ ਅਭਿਆਸੀ ਪੈਦਾ ਹੋਇਆ। ਆਪ ਤਰਿਆ ਕੁੱਲ ਜਗਤ ਤਰਾਇਆ, ਧਨ ਜਣੇ ਦੀ ਮਾਇਆ। ਐਸਾ ਸਤਿਗੁਰ ਸੋਈ ਪਾਏ, ਜਿਸ ਤੁਰ ਮਸਤਕ ਹਰ ਲਿਖ ਪਾਇਆ। ਕਹਿੰਦੇ ਇਹੋ ਜਿਹਾ ਗੁਰੂ ਜਿਹੜਾ ਹੈਗਾ ਉਹੀ ਪਾਉਂਦਾ ਆ ਜਿਹਦੇ ਮੱਥੇ ਤੇ ਪਿਛਲੇ ਸੰਸਕਾਰ ਹੈਗੇ, ਜਾਂ ਉਹ ਸੰਸਕਾਰ ਆਪਣੇ ਜਿਹੜੇ ਹੈਗੇ ਉਹ ਬਣਾ ਲੈਂਦਾ ਹੈ। ਕਲਮ ਤਾਂ ਆਪਣੇ ਹੱਥ 'ਚ ਹੀ ਹੈ। ਐਸਾ ਸਤਿਗੁਰ ਆਪਸ਼ਨ ਦੇ ਦਿੰਦਾ, ਡਿਮਾਂਡ ਕਰ ਲੈਂਦਾ ਹੈ, ਮਾਲਕ ਪਰਮਾਤਮਾ ਦੇ ਪੁਕਾਰ ਕਰਦਾ ਹੈ, ਆਟੋਮੈਟਿਕਲੀ ਜਿਹੜੀ ਹੈਗੀ ਲਿਖਤ ਹੋ ਜਾਂਦੀ ਹੈ। ਐਸਾ ਸਤਿਗੁਰ ਸੋਈ ਪਾਏ, ਜਿਸ ਤੁਰ ਮਸਤਕ ਹਰ ਲਿਖ ਪਾਇਆ। ਜਨ ਨਾਨਕ ਬਲਿਹਾਰੀ ਕੁਰੇ ਆਪਣੇ ਵਿਟੋਂ, ਜਿਨੇ ਭ੍ਰਮ ਭੂਲਾ ਮਾਰਗ ਪਾਇਆ। ਕਹਿੰਦੇ ਮੈਂ ਤਾਂ ਬਲਿਹਾਰ ਹਾਂ ਐਸੇ ਗੁਰੂ ਤੋਂ। ਦੇਖ ਲਓ, ਆਹ ਜਿਹੜਾ ਗਿਆਨ ਨਾ ਹੋਏ ਆਪਣੇ ਕੋਲ ਤੇ ਆਪਣੀ ਕੀ ਹਾਲਤ ਹੋਏਗੀ। ਆਪਣਾ ਜੀਵਨ ਦੇਖੀਏ, ਪਿਛਲਾ ਜੀਵਨ ਜਿਹੜਾ ਹੈਗਾ ਕਿਵੇਂ ਆਪਣਾ ਜੀਵਨ ਵੇਸਟ ਹੋਇਆ। ਜਨ ਨਾਨਕ ਬਲਿਹਾਰੀ ਗੁਰੇ ਆਪਣੇ ਵਿਟੋਂ, ਜਿਹਨੇ ਭ੍ਰਮ ਭੂਲਾ ਮਾਰਗ ਪਾਇਆ। ਇਸ ਤਰ੍ਹਾਂ ਆਪਾਂ ਭਰਮ ਦੇ ਵਿੱਚ, ਮਾਇਆ ਦੇ ਵਿੱਚ ਭਟਕਦੇ ਰਹੇ ਸੀ, ਵਿਸ਼ੇ ਵਿਕਾਰਾਂ ਦੇ ਵਿੱਚ, ਸਵਾਦਾਂ ਦੇ ਵਿੱਚ, ਤੇ ਕਿਸ ਤਰ੍ਹਾਂ ਜਿਹੜਾ ਹੈਗਾ ਸਹੀ ਰਸਤੇ ਤੇ ਪਾ ਦਿੱਤਾ ਭਾਈ। ਮਹਲਾ ਤੀਜਾ। ਤ੍ਰੈ ਗੁਣ ਮਾਇਆ ਵੇਖ ਭੁੱਲੇ, ਜਿਉਂ ਦੇਖ ਦੀਪਕ ਪਤੰਗ ਪਚਾਇਆ। ਤਿੰਨ ਗੁਣੇ ਜਿਹੜੇ ਤਮੋ ਰਜੋ ਸਤੋ ਜਿਹੜੀ ਹੈਗੀ ਹੈ, ਤ੍ਰਿਗੁਣੀ ਮਾਇਆ ਹੈਗੀ ਆ, ਇਹਨੂੰ ਵੇਖ ਕੇ ਭੁੱਲ ਜਾਂਦੇ ਆ ਭਾਈ। ਜਿਵੇਂ ਪਤੰਗਾ ਜਿਹੜਾ ਹੈਗਾ ਦੀਵੇ ਦੇ ਉੱਤੇ, ਲਾਟ ਦੇ ਉੱਤੇ ਜਿਹੜਾ ਹੈਗਾ ਭੁੱਲ ਜਾਂਦਾ ਹੈ, ਉਹਦੇ ਚੱਕਰ ਕੱਢਦਾ ਹੈ ਔਰ ਖੰਭ ਛੁਡਾ ਦਿੰਦਾ ਹੈ। ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਇਨਸਾਨ ਜਿਹੜਾ ਹੈਗਾ, ਆਪਾਂ ਨੂੰ ਮਨੁੱਖੀ ਜੀਵਨ ਮਿਲਦੀ ਹੈ ਔਰ ਮਾਇਆ ਦੇ ਉੱਤੇ ਘੁੰਮ ਘੁੰਮ ਕੇ ਆਪਾਂ ਜਿਹੜੇ ਮਨੁੱਖੀ ਜੀਵਨ ਵੇਸਟ ਕਰ ਲੈਂਦੇ। ਨਾ ਉਰਵਾਰ ਨਾ ਪਾਰ, ਸੇਮ ਦੀ ਸੇਮ ਗੱਲ ਹੋ ਰਹੀ ਹੈ। ਤ੍ਰੈ ਗੁਣ ਮਾਇਆ ਵੇਖ ਭੁੱਲੇ, ਜਿਉਂ ਦੇਖ ਦੀਪਕ ਪਤੰਗ ਪਚਾਇਆ। ਪੰਡਤ ਭੁੱਲ ਭੁੱਲ ਮਾਇਆ ਵੇਖੈ, ਦਿਖਾ ਕਿਨੇ ਕੇ ਆਣ ਚੜਾਇਆ। ਔਰ ਜਿਹੜੇ ਪੰਡਤ ਹੈਗੇ, ਜਿਹੜੇ ਦੂਸਰਿਆਂ ਨੂੰ ਪ੍ਰਚਾਰ ਕਰਦੇ ਆ, ਗਿਆਨੀ ਜਿਹੜੇ ਹੈਗੇ, ਪ੍ਰਚਾਰਕ ਜਿਹੜੇ ਹੈਗੇ, ਉਹ ਸਿਰਫ ਮਾਇਆ ਦਾ, ਉਹਨਾਂ ਨੂੰ ਇੰਟਰਸਟ ਮਾਇਆ ਦਾ ਹੈਗਾ। ਔਰ ਬਾਰ-ਬਾਰ ਜਿਹੜੇ ਹੈਗੇ ਆ ਦੇਖਦੇ ਆ, ਭੁੱਲ ਭੁੱਲ ਕੇ, ਮਾਇਆ ਦੇ ਵਿੱਚ ਭੁੱਲ ਕੇ। ਵੇਖੈ
ਪੰਡਤ ਪੁਲ ਪੁਲ ਮਾਇਆ ਵੇਖੈ ਦਿਖਾ ਕਿਨੇ ਕੇ ਆਣ ਚੜਾਇਆ। ਕਹਿੰਦੇ ਕੀ ਕੁਛ ਮਿਲਿਆ ਭਾਈ, ਕਿਸ ਨੇ ਕੀ ਚੜਾਇਆ। ਕੋਈ ਜਿਹੜਾ ਹੈਗਾ ਨਾ ਆਪਣੀ ਆਪਣੀ ਖੁਰ ਕੀ ਕਰਦਾ ਹੈ ਨਾ, ਅਤੇ ਉਹ ਸੋਚਦੇ ਆ ਵੀ ਸ਼ਾਇਦ ਜਿਹੜਾ ਹੈਗਾ ਕੁਛ ਕੱਢੂਗਾ, ਡਾਲਰ ਜਾਂ ਰੁਪਈਏ ਚੜਾਵਾ ਚੜਾਊਗਾ। ਇਹ ਪ੍ਰਚਾਰਕ ਜਿਹੜੇ ਹੈਗੇ ਇਸ ਤਰ੍ਹਾਂ ਦੇ ਹੈਗੇ ਭਾਈ ਮੈਜੋਰਟੀ। ਪੰਡਤ ਪੁਲ ਪੁਲ ਮਾਇਆ ਵੇਖੈ ਦਿਖਾ ਕਿਨੇ ਕਿਹ ਆਣ ਚੜਾਇਆ। ਦੂਜੇ ਪਾਏ ਪੜ੍ਹੇ ਨਿਤ ਵਿਖਿਆ ਨਾਵੋਂ ਦਈ ਖੁਆਇਆ। ਕਹਿੰਦੇ ਬਸ ਉਹਨਾਂ ਦੀ ਭਾਵਨਾ ਕੀ ਹੈਗੀ, ਉਹਨਾਂ ਦਾ ਇੰਟਰਸਟ ਕੀ ਹੈਗਾ। ਕਹਿੰਦੇ ਮਾਇਆ ਹੈਗੀ ਆ, ਬਸ ਉਸੇ ਦੇ ਵਿੱਚ 24 ਘੰਟੇ ਗਲਤਾਨ ਹੁੰਦੇ ਆ। ਉਹ ਜਿਹੜੇ ਹੈਗੇ ਗਿਆਨ ਜਿਹੜਾ ਹੈਗਾ, ਇਹ ਬ੍ਰਹਮ ਗਿਆਨ ਜਿਹੜਾ ਹੈਗਾ, ਇਹ ਵੀ ਜਿਹੜਾ ਹੈਗਾ ਉਸੇ ਦੇ ਲਈ ਵਰਤਦੇ ਆ। ਕਹਿੰਦੇ ਉਹ ਤਾਂ ਮਾਲਕ ਪਰਮਾਤਮਾ ਨੇ ਉਹਨਾਂ ਨੂੰ ਖੁਸਾ ਦਿੱਤਾ, ਖੁਆਰ ਕਰ ਦਿੱਤਾ ਮਾਲਕ ਪਰਮਾਤਮਾ ਨੇ। ਇਹ ਵੀ ਇੱਕ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਆ, ਇਹ ਉਹਦਾ ਪ੍ਰੋਵੀਜ਼ਨ ਹੈਗਾ ਮਾਲਕ ਦੀ ਸ੍ਰਿਸ਼ਟੀ ਦੇ ਵਿੱਚ। ਦੂਜੇ ਪਾਏ ਪੜ੍ਹੇ ਨਿਤ ਵਿਖਿਆ, ਬਸ ਆਹੀ ਕਰਦੇ ਆ ਭਾਈ। ਇਹ ਗਿਆਨ ਨੂੰ ਇਸੇ ਲਈ ਵਰਤਦੇ, ਇਸੇ ਲਈ ਪੜ੍ਹਦੇ ਆ। ਦੂਜੇ ਪਾਏ ਪੜ੍ਹੇ ਨਿਤ ਵਿਖਿਆ, ਔਰ ਇੰਟਰਸਟ ਉਹਨਾਂ ਦਾ ਮਾਇਆ ਹੁੰਦਾ ਹੈ, ਵਿਖਿਆ ਹੁੰਦਾ ਹੈ, ਰਸ ਕਸ ਹੁੰਦਾ ਹੈ। ਉਹਦੇ ਵਾਸਤੇ ਹੀ ਜਿਹੜੇ ਹੈਗੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਅਸੀਂ ਵੱਧ ਤੋਂ ਵੱਧ ਪੈਸੇ ਕਮਾ ਸਕੀਏ, ਉਹ ਪ੍ਰਯੋਜਨ ਹੁੰਦਾ ਹੈ। ਦੂਜੇ ਪਾਏ ਪੜ੍ਹੇ ਨਿਤ ਵਿਖਿਆ ਨਾਵੋਂ ਦਈ ਖਵਾਇਆ। ਨਾਮ ਵਾਲੇ ਪਾਸੇ ਨਹੀਂ ਜਾ ਸਕਦੇ ਭਾਈ। ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਅਹੰਕਾਰ ਬਹੁ ਗਰਭ ਵਧਾਇਆ। ਹੋਰ ਜਿਹੜੇ ਹੈਗੇ ਇਹ ਭਗਤੀ ਮਾਰਗ 'ਤੇ ਜਿਹੜੇ ਯੋਗ ਦੇ ਨਾਲ ਜਿਹੜਾ ਹੈ ਯੋਗ ਕਰਕੇ ਜਿਹੜਾ ਹੈਗੇ ਯੋਗ ਆਸਨਾਂ ਦੇ ਦੁਆਰਾ ਜਿਹੜਾ ਹੈਗਾ ਉਹ ਆਪਣੇ ਸਵਾਸ ਚੜ੍ਹਾ ਕੇ ਰੇਚਕ ਕੁੰਭਕ ਪੂਰਕ ਜਿਹੜੇ ਹੈਗੇ ਉਹਦੇ ਨਾਲ ਜਿਹੜੇ ਹੈਗੇ ਆ ਸਵਾਸ ਬੰਦ ਕਰਨੇ ਜਿਹੜੇ ਹੈਗੇ ਉਹ ਕੰਮ ਕਰਦੇ ਆ। ਜੰਗਮ ਜਿਹੜੇ ਹੈਗੇ ਹੋਰ ਜਿਹੜੇ ਸਾਧੂ ਜਿਹੜੇ ਹੁੰਦੇ ਆ ਭਟਕਦੇ ਜਿਹੜੇ ਘੁੰਮਦੇ ਰਹਿੰਦੇ ਆ, ਸੰਨਿਆਸੀ ਹੁੰਦੇ ਆ, ਇਹ ਪੇਕ ਕਰਕੇ ਕਹਿੰਦੇ ਸਾਰੇ ਦੇ ਸਾਰੇ ਭੁੱਲੇ ਹੋਏ ਆ। ਉਹਨਾਂ ਦਾ ਹੰਕਾਰ ਹੀ ਨਹੀਂ ਖਤਮ ਹੁੰਦਾ ਭਾਈ, ਉਹਨਾਂ ਦਾ ਗਰਭ ਹੀ ਨਹੀਂ ਜਾਂਦਾ। ਉਹ ਸਮਝਦੇ ਅਸੀਂ ਹੈਗੇ ਆ ਭਾਈ ਸਭ ਕੁਛ, ਬਾਕੀ ਦੁਨੀਆ ਵਾਲੇ ਤਾਂ ਐਵੇਂ ਹੀ ਜਿਹੜੇ ਹੈਗੇ ਕੂੜਾ ਕਰਕਟ ਇਕੱਠਾ ਕਰ ਰਹੇ। ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਅਹੰਕਾਰ ਬਹੁ ਗਰਭ ਵਧਾਇਆ। ਛਾਦਨ ਭੋਜਨ ਨਾ ਲਹੀ ਸਤ ਭਿਖਿਆ ਮਨ ਹਟ ਜਨਮ ਗਵਾਇਆ। ਔਰ ਦੇਖ ਲਓ ਜਨਰਲੀ ਜਿਹੜੇ ਹੈਗੇ ਜੋ ਕਿ ਇਹ ਫਿਰ ਵਾਪਸ ਜਿਹੜੇ ਹੈਗੇ, ਕਿਉਂਕਿ ਆਪ ਤਾਂ ਕੁਛ ਕਰਦੇ ਨਹੀਂ ਹੈ, ਖੱਟੀ ਕਰਦੇ ਨਹੀਂ ਆ, ਭੁੱਖ ਫਿਰ ਲੱਗਦੀ ਆ ਅਤੇ ਕੱਪੜੇ ਵੀ ਚਾਹੀਦੇ ਭਾਈ, ਠੰਡ ਵੀ ਲੱਗਦੀ ਆ, ਪੇਟ ਵੀ ਮੰਗਦਾ ਹੈ, ਛਾਦਨ ਭੋਜਨ ਤਾਂ ਚਾਹੀਦਾ ਹੀ। ਫਿਰ ਵਾਪਸ ਜਾਂਦੇ ਗ੍ਰਸਤੀਆਂ ਦੇ ਕੋਲ। ਛਾਦਨ ਭੋਜਨ ਨਾ ਲਹੀ ਸਤ ਭਿਖਿਆ। ਜਿਹੜੇ ਸਤ ਭਾਵਨਾ ਦੇ ਨਾਲ ਜਿਹੜਾ ਅਗਲਾ ਵਿਚਾਰਾ ਜਿੰਨੀ ਸ਼ਰਧਾ ਹੈਗੀ ਦੇ ਰਿਹਾ ਹੈ, ਉਹ ਕਹਿੰਦੇ ਕੀ ਦੇ ਰਹੇ ਤੇ ਇਹ ਤਾਂ ਕੁੱਤੇ ਵੀ ਨਹੀਂ ਪਾਉਂਦੇ, ਇਹ ਤਾਂ ਕੁੱਤੇ ਵੀ ਨਹੀਂ ਖਾਂਦੇ, ਆ ਕੀ ਦੇਈ ਜਾ ਰਹੇ ਹੋ। ਛਾਦਨ ਭੋਜਨ ਨਾ ਲਹੀ ਸਤ ਭਿਖਿਆ ਮਨ ਹਟ ਜਨਮ ਗਵਾਇਆ। ਕਹਿੰਦੇ ਮਨ ਦੇ ਹਟ ਦੇ ਨਾਲ ਬਈ ਜੋ ਮਿਲ ਰਿਹਾ ਉਹ ਲੈ ਕੇ ਆਪਣਾ ਭਜਨ ਸਿਮਰਨ ਕਰ ਨਾ। ਕਹਿੰਦੇ ਉੱਥੇ ਭਾਈ ਉੱਥੇ ਵੀ ਜਿਹੜਾ ਹੈਗਾ ਦੇਖੋ ਕਿੰਨਾ ਗੁੱਸਾ, ਕਿੰਨੀ ਆਕੜ, ਕਿੰਨਾ ਹੰਕਾਰ। ਛਾਦਨ ਭੋਜਨ ਨਾ ਲਹੀ ਸਤ ਭਿਖਿਆ ਮਨ ਹਟ ਜਨਮ ਗਵਾਇਆ। ਏਤੜਿਆਂ ਵਿੱਚੋਂ ਸੋ ਜਨ ਸਮਝਦਾ ਜਿਨੇ ਗੁਰਮੁਖੇ ਨਾਮ ਤੇ ਆਇਆ। ਕਹਿੰਦੇ ਇੰਨੇ ਸਾਰੀ ਕੈਟੇਗਰੀਆਂ ਦੱਸ ਦਿੱਤੀਆਂ ਭਾਈ। ਇੱਕ ਜਿਹੜੇ ਆ ਪੰਡਤ ਗਿਆਨੀ ਜਿਹੜੇ ਹੈਗੇ, ਇੱਕ ਦੂਸਰੇ ਜੋਗੀ ਜੰਗਮ, ਸਾਰੇ ਜਿਹੜੇ ਹੈਗੇ ਸੰਨਿਆਸੀ, ਇਹਨਾਂ ਦੇ ਵਿੱਚੋਂ ਕਹਿੰਦੇ ਆ ਉਹ ਜਨ ਸਮਝਦਾ, ਕਹਿੰਦੇ ਆ ਸਮਝਦਾਰ ਹੈਗਾ ਭਾਈ ਜਿਹਨੇ ਗੁਰਮੁਖੇ ਨਾਮ ਤੇ ਆਇਆ। ਕਹਿੰਦੇ ਜਿਹਨੇ ਗੁਰੂ ਦੇ ਰਾਹੀਂ ਧਿਆਨ ਸਿਮਰਨ ਕੀਤਾ, ਜਿਹੜਾ ਆਪਣੇ ਅੰਦਰ ਵੜਿਆ ਜਿਹੜਾ ਹੈਗਾ ਗ੍ਰਸਤੀ ਦੇ ਵਿੱਚ, ਕਹਿੰਦੇ ਉਹ ਭਾਈ ਜਿੱਤ ਗਿਆ। ਉਹ ਸਮਝਦਾਰ ਨਿਕਲ ਗਿਆ ਇਹਨਾਂ ਦੇ ਵਿੱਚੋਂ, ਉਹ ਸਮਝਦਾਰ ਨਿਕਲ ਗਿਆ ਇਹਨਾਂ ਦੇ ਵਿੱਚੋਂ ਭਾਈ। ਏਤੜਿਆਂ ਵਿੱਚੋਂ ਸੋ ਜਨ ਸਮਝਦਾ ਜਿਹਨੇ ਗੁਰਮੁਖੇ ਨਾਮ ਤੇ ਆਇਆ। ਜਨ ਨਾਨਕ ਕਿਸ ਨੂੰ ਆਖ ਸੁਣਾਈਏ ਜਾਂ ਕਰਦੇ ਸਭ ਕਰਾਇਆ। ਕਹਿੰਦੇ ਹੁਣ ਕਿਹਦੀ ਕੰਪਲੇਂਟ ਕਰੀਏ ਭਾਈ, ਕਿਹਨੂੰ ਕਹੀਏ। ਕਹਿੰਦੇ ਸਾਰੀ ਮਾਲਕ ਪਰਮਾਤਮਾ ਦੀ ਗੇਮ ਹੈਗੀ ਆ। ਜਿਸ ਤਰ੍ਹਾਂ ਦੀ ਗੇਮ ਹੈਗੀ ਮਾਲਕ ਨੇ ਪਾਈ ਹੋਈ ਹੈ, ਉਸ ਤਰ੍ਹਾਂ ਜਿਹੜੀ ਹੈਗੀ ਸਾਰੀ ਲੋਕਾਈ ਸ੍ਰਿਸ਼ਟੀ ਜਿਹੜੀ ਹੈਗੀ ਚੱਲ ਰਹੀ ਹੈ ਭਾਈ। ਆਖਰੀ ਪੌੜੀ ਅੱਜ ਦੀ ਪੌੜੀ। ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ।
ਇਹ ਪੋਇਟਰੀ ਹੈਗੀ, ਇਸ ਕਰਕੇ ਮੋਹ ਆ ਗਿਆ, ਕਾਮ ਕ੍ਰੋਧ ਹੰਕਾਰ ਆ ਗਿਆ, ਲੋਭ ਨਹੀਂ ਆਇਆ ਵਿੱਚ। ਕਹਿੰਦੇ ਮਾਇਆ ਮੋਹ ਪ੍ਰੇਤ ਹੈ। ਕਹਿੰਦੇ ਇਹ ਭਾਈ ਦੇਖ ਲਾ, ਇਹ ਭੂਤ ਹੈਗੇ, ਪ੍ਰੇਤ ਹੈਗੇ, ਚਿੰਬੜ ਜਾਂਦੇ ਆ। ਆਹ ਹੀ ਮਾਇਆ ਹੈਗੀ ਆ। ਇਹ ਮਾਇਆ ਦਾ ਮੋਹ ਜਿਹੜਾ ਹੈਗਾ ਇਹ ਪ੍ਰੇਤ ਹੈਗਾ। ਮੋਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪ੍ਰੇਤ ਹੈਗੇ ਭਾਈ। 5 ਵਾਇਸਸ ਇਹ ਪ੍ਰੇਤ ਹੈਗੀਆਂ। ਇਹ ਕਿੱਥੋਂ ਆਈਆਂ? ਕੌਣ ਹੈ ਇਹਨਾਂ ਦਾ ਇੰਚਾਰਜ? ਇਹ ਜਮ ਕੀ ਸਰਕਾਰ ਹੈ। ਜਮਰਾਜ ਭਾਈ ਇਹਨਾਂ ਦਾ ਇੰਚਾਰਜ ਹੈਗਾ। ਉਹਦੀ ਅਕਾਲ ਜਿਹੜਾ ਇੰਚਾਰਜ ਹੈ ਇਹਨਾਂ ਦਾ, ਇਹ ਉਹਦੇ ਜਿਹੜੇ ਹੈਗੇ ਉਹਦੀ ਫੌਜ ਹੈਗੀ ਭਾਈ। ਇਹਨਾਂ ਉੱਪਰ ਜਮ ਕਾ ਦੰਡ ਕਰਾਰਾ। ਕਹਿੰਦੇ ਜਮ ਆ ਇਹਨਾਂ ਦੇ ਉੱਤੇ ਭਾਈ, ਜਮ ਇਹਨਾਂ ਨੂੰ ਭੇਜਦਾ ਹੈ। ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਦੰਡ ਕਰਾਰਾ। ਮਨਮੁਖ ਜਮ ਮਗ ਪਾਈਨ ਜਿਨ ਦੂਜਾ ਭਾਵ ਪਿਆਰਾ। ਜਿਹੜੇ ਮਨ ਦੇ ਪਿੱਛੇ ਚੱਲਦੇ ਆ, ਕਹਿੰਦੇ ਉਹ ਬਸ ਫਿਰ ਜਮ ਦੇ ਰਸਤੇ ਤੇ ਜਮ ਦੇ ਕੋਲ ਚਲੇ ਜਾਂਦੇ, ਧਰਮਰਾਜ ਦੇ ਕੋਲ। ਉਹ ਪਾ ਦਿੰਦਾ ਹੈ ਭਾਈ ਜੂਨਾਂ ਦੇ ਵਿੱਚ। ਮਨਮੁਖ ਜਮ ਮਗ ਪਾਈਨ ਜਿਨ ਦੂਜਾ ਭਾਵ ਪਿਆਰਾ। ਜਮਪੁਰ ਵੱਧੇ ਮਾਰੀਅਨ ਕੋ ਸੁਣੇ ਨਾ ਪੁਕਾਰਾ। ਉੱਥੇ ਜਿਹੜੇ ਹੈਗੇ ਫਿਰ ਜਿਹੜੇ ਪਤਾ ਨਹੀਂ ਕਿੰਨਾ ਕੁ ਸਮਾਂ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਰਹਿਣਾ ਪੈਂਦਾ ਹੈ। ਕੋਈ ਉਸ ਟਾਈਮ ਪੁਕਾਰ ਨਹੀਂ ਸੁਣਦਾ ਭਾਈ। ਜਮਪੁਰ ਵੱਧੇ ਮਾਰੀਅਨ ਕੋ ਸੁਣੇ ਨਾ ਪੁਕਾਰਾ। ਕਿਸ ਨੂੰ ਕਿਰਪਾ? ਬੱਧੇ ਕਾਹਦੇ ਆ? ਬੱਧੇ ਹੈਗੇ ਉਹ ਭਾਈ ਇਹ ਕਾਰਨ ਸਰੀਰ ਦੇ ਬੱਧੇ ਹੋਏ ਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੱਧੇ ਹੋਏ, ਇਹ ਸੰਸਕਾਰਾਂ ਦੇ। ਕਿਸ ਨੂੰ? ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ, ਗੁਰਮੁਖ ਨਿਸਤਾਰਾ। ਫਿਰ ਬਾਣੀ ਜਿਹੜੀ ਹੈਗੀ ਫਾਈਨਲ ਆਪਾਂ ਨੂੰ ਜਿਹੜੀ ਹੈਗੀ ਵਾਪਸ ਸਾਵਧਾਨਤਾ ਦੇ ਰਹੀ ਹੈ ਭਾਈ। ਗੁਰੂ ਨੂੰ ਮਿਲਣਾ ਪਿਆਰਿਆ, ਗੁਰੂ ਦੀ ਮੱਤ ਨੂੰ ਅਪਣਾ ਲਾ। ਇਸੇ ਦੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ। ਆਹੀ ਕਿਰਪਾ ਹੈਗੀ ਮਾਲਕ ਪਰਮਾਤਮਾ ਦੀ। ਕਿਰਪਾ ਦਾ ਪਾਤਰ ਹੋ ਜਾ ਔਰ ਕਿਰਪਾ ਦਾ ਲਾ। ਅੱਜ 12 ਹੋ ਗਏ। ਇਹ 22 ਹੈਗੀਆਂ ਪੌੜੀਆਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਨੂੰ ਨਾ ਉਰਵਾਰ ਦੇ ਬਾਰੇ ਪਤਾ ਲੱਗਿਆ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਰਵਾਰ ਯਾਦ ਰੱਖੀਏ ਬਸ। ਬਸ ਪਤਾ ਨਹੀਂ ਬਹੁਤ ਅੱਛਾ ਲੱਗਦਾ ਜੀ। ਰੋਜ਼ ਸਤਸੰਗ ਸੇਵਾ ਹੈ ਜੀ, ਬਹੁਤ ਭਰੀ ਕਰੇ ਜੀ। ਹਾਂਜੀ। ਵਾਹਿਗੁਰੂ।